मार है सच्चियां सुचियां ने कलमा खाड़ियां पे लिखण जवाक बैठे गीतकारियां हो गईयां लुचियां ने कलमा खाड़ियां पे लिखण जवाक बैठे गीतकारियां हो गईयां लुचियां ने जम्मिया सी जदों मैं पंघूड़े विच पिया सी रोंदा वेख बापू जी ने हत्थां विच जक लिया सी ओए जम्मिया जितनों 2 महीने हुंदे गए यार होनी थोड़े जे कमीने हुंदे गए पहली गल चाचा जी ने कड्डणी सिखाई पहली गल चाचा जी ने कड्डणी सिखाई गाना कड्डदा सी गुल्ला फिर आम हो गया सोन मार टप्पिया सदा मार टप्पिया यार मेरे मुंडा बदनाम हो गया यार मेरे मुंडा बदनाम हो गया बैठो यार और भी कोर्स कितना चलता तेरा ਕੋਰਸ ਕਾਸਾ ਚੱਲੀ ਜਾਂਦਾ ਬਾਈ ਤੂੰ ਸੁਣਾ ਵਾਹ ਵਧੀਆ ਵਧੀਆ ਓਏ ਤੁਸੀਂ ਸਾਡੇ ਤੋਂ ਬਿਨਾਂ ਹੀ ਪਾਰਟੀ ਸ਼ੁਰੂ ਕਰਨ ਨੂੰ ਫਿਰਦੇ ਹੋ ਉਹ ਤੁਹਾਡੇ ਤੋਂ ਬਿਨਾ ਕਿੱਥੇ ਪਾਰਟੀ ਸ਼ੁਰੂ ਹੁੰਦੀ ਆ ਨਾਲੇ ਤੁਸੀਂ ਖੜੀਆਂ ਕਿਉਂ ਬੈਠੋ ਯਾਰ ਅਸੀਂ ਛੇਤੀ ਛੇਤੀ ਕੱਪੜੇ ਬਦਲ ਕੇ ਆਉਂਦੀ ਆ ਕਿਉਂ ਇਹਨਾਂ ਕੱਪੜਿਆਂ ਨੂੰ ਕੀ ਹੋਇਆ ਯਾਰ ਇਹ ਘਰ ਵਾਲੇ ਆ ਡੈਡ ਦੇ ਸਾਹਮਣੇ ਇਹੀ ਪਾਉਣੇ ਪੈਂਦੇ ਆ ਮੈਨੂੰ ਮੇਰੇ ਠੀਕ ਆ ਤੁਸੀਂ ਕੱਪੜੇ ਚੇਂਜ ਕਰਕੇ ਆਓ ਓਏ ਤੂੰ ਚੁੱਪ ਰਿਹਾ ਕਰ I'm a blonde boy, yeah, I'm a blonde boy, yeah, I'm a blonde boy. ਓਏ ਕਿੱਦਾਂ ਬੁਕਲੇਰ ਭਾਜੀ ਕਿਵੇਂ ਹੋ ਗੱਲ ਨਾਲੇ ਕਰਦੇ ਤੇਰੇ ਬਾਈ ਨੂੰ ਹੁਣ ਬੁਕਲੇਰ ਨਹੀਂ ਕਹਿੰਦੇ ਇਹ ਕਿਲਰ ਕਹਿੰਦੇ ਆ ਚੱਲ ਇਹ ਕਿੱਲਰ ਭਾਜੀ ਹੋਈ ਸਹੀ ਜੀ ਕਹਿੰਦੇ ਇਹ ਬਾਈ ਕੌਣ ਨੇ ਓਏ ਇਹ ਕਿੱਲਰ ਭਾਜੀ ਹੁਣੇ ਤਾਂ ਇਹਦਾ ਗਾਣਾ ਰਿਲੀਜ਼ ਹੋਇਆ ਤੂੰ ਸੁਣਿਆ ਨਹੀਂ ਨਾ ਬਾਈ ਕਿਹੜਾ ਗਾਣਾ ਚਲੋ ਛੱਡੋ ਭਾਜੀ ਆ ਜਿਹੜਾ ਹੁਣ ਗਾਣਾ ਆ ਰਿਹਾ ਇਹ ਬੰਦੂਕ ਤੇ ਕਰੀਏ ਜਾਂ ਨਸ਼ੇ ਤੇ ਉਹ ਕਹਿੰਦੇ ਤੇਰੇ ਬਾਈ ਦਾ ਸੌਂਗ ਨਾ ਹੋਵੇ ਵਿੱਚ ਉਹਦੇ ਗੱਡੀ ਨੱਡੀ ਯਾਰ ਮਸ਼ੂਕਾਂ ਤੇ ਬੰਦੂਕਾਂ ਦਾ ਜ਼ਿਕਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਨਾਲੇ ਨਾ ਐਪ ਦੀ ਵੀਡੀਓ ਵੀ ਪੂਰੇ ਹਾਲੀਵੁੱਡ ਲੈਵਲ ਟਾਪ ਦੀ ਹੋਊਗੀ ਬੰਬ ਜੇ ਕਹੋ ਤਾਂ ਤੂੰ ਬੋਲਣ ਦੇ ਹਾਂ ਜ਼ਰੂਰ ਆਓ ਕੁੜੀਆਂ ਨੀ ਕੁੜੀਆਂ ਤੂੰ ਸਿਰੇ ਦੀ ਨੱਡੀ ਕੁੜੀਆਂ ਨੀ ਕੁੜੀਆਂ ਤੂੰ ਸਿਰੇ ਦੀ ਨੱਡੀ ਤੇਰੇ ਪਿੱਛੇ ਆਇਆ ਚੱਕ ਟੌਪ ਦੀ ਗੱਡੀ ਤੇਰੇ ਪਿੱਛੇ ਆਇਆ ਚੱਕ ਟੌਪ ਦੀ ਗੱਡੀ ਤੈਨੂੰ ਵੇਖ ਕੇ ਨੀ ਲੋੜ ਚਿੱਟੇ ਦੀ ਚੜੇ ਹੋਏ ਤੈਨੂੰ ਵੇਖ ਕੇ ਨੀ ਲੋੜ ਚਿੱਟੇ ਦੀ ਚੜੇ ਤੇਰੇ ਪਿੱਛੇ ਹੋਏ ਨੀ ਤੇਰੇ ਪਿੱਛੇ ਮੁੰਡੇ ਗੈਲਗਿਰੀ ਚੱਲਣੇ ਤੇਰੇ ਪਿੱਛੇ ਮੁੰਡੇ ਗੈਲਗਿਰੀ ਚੱਲਣੇ ਤੇਰੇ ਪਿੱਛੇ ਮੁੰਡੇ ਗੈਲਗਿਰੀ ਚੱਲਣੇ ਖਾ क्या बात है जी क्या बात है जाओ हेड हेड पूरा कर देना अब कितना बड़ी मुंडे हो करी बैठे शुरू करें भाजी थोड़ी पूरी करता और कितना जवाक तुसी सुक्का ही भाजी बैठे हो ओ भाजी नवा संग दा ਓਏ ਯਾਰ ਖਵਾਓ ਪਿਆਓ ਫੇਰ ਹੀ ਸਟਾਰਟ ਕਰੂ ਮਾਲ ਪੱਤੇ ਦੀ ਘਾਟਾ ਮੈਨੂੰ ਦੱਸੋ ਨਵਾਂ ਹੀ ਆ ਆ ਚੱਕ ਆ ਚੱਕ ਖੁਸ਼ ਕਰਕੇ ਰੱਖੋ ਮੁੰਡਿਆਂ ਨੂੰ ਓਏ ਇਧਰ ਆ ਹੱਥ ਕਰ ਕੀ ਆ ਬਾਈ ਇਹ ਤੂੰ ਛੱਡ ਪਰਾਂ ਇਧਰ ਆ ਹੱਥਾ ਕਰ ਨਾ ਬਾਈ ਯਾਰ ਇਹ ਕੁਝ ਨਹੀਂ ਹੋਣਾ ਬਾਪੂ ਨੇ ਘਰ ਦੇ ਜਾ ਕੇ ਭੇਜਿਆ ਯਾਰ ਬਾਈ ਦੇਖ ਯਾਰ ਕੋਈ ਪੀਅਰ ਪ੍ਰੈਸ਼ਰ ਨਹੀਂ ਲੇਕਿਨ ਜੇ ਯਾਰਾਂ ਦਾ ਲਾ ਤਾਂ ਬਾਈ ਕਰਦਾ ਜੇ ਤੂੰ ਕਹਿੰਦਾ ਤਾਂ ਲਾ ਲੈਣਾ ਅੱਲ ਤੇ ਆ ਰੱਖ ਪਰ ਇਹ ਲਾਉਂਦੇ ਕਿਵੇਂ ਬਾਈ ਓ ਯਾਰ ਇਹਦੇ ਚ ਕਿਹੜਾ ਕੋਈ ਜਾਦੂ ਆ ਇਹ ਤੈਨੂੰ ਮੈਂ ਦੱਸ ਦੇਣਾ ਬ్రో ਇਹ ਕਿੱਦਾਂ ਲਾਈਦਾ ਦੇਖ ਇਹਨਾਂ ਪਹਿਲੇ ਨੂੰ ਚਿੱਟਾ ਕਹਿੰਦੇ ਆ ਠੀਕ ਆ ਇਹਨੂੰ ਆਪਾਂ ਪਾਉਣਾ ਪਾਣੀ ਦੇ ਪਾ ਕੇ ਠੀਕ ਆ ਜਿਸ ਤਰ੍ਹਾਂ ਇਹ ਚੱਕ ਆਹ ਵਾਲਿਆ ਪਾਣੀ ਦੇ ਫਿਰ ਉਹਨੂੰ ਲਾਈਟਰ ਦੇ ਨਾਲ ਨਹੀਂ ਅੱਗ ਲਾ ਕੇ ਥੱਲਿਓ ਫਿਰ ਖਿੱਚਣਾ ਆ ਜਾ ਠੀਕ ਹੈ ਤੇ ਇੱਕ ਨੱਕ ਬੰਦ ਕਰਕੇ ਓਕੇ ਟਰਾਈ ਇਟ Yes. ਇਹਨੂੰ ਨਾ bro ਚਿੱਟਾ ਕਹਿੰਦੇ ਆ ਤੈਨੂੰ ਪਤਾ ਇਹਦੇ ਨਾਲ ਪੜ੍ਹਾਈ 'ਚ ਬਹੁਤ ਕਨਸੈਂਟਰੇਸ਼ਨ ਵੱਧਦੀ ਆ ਮੈਂ ਤਾਂ ਕਹਿੰਦੀ ਇੱਕ ਹੋਰ
ਚੱਲ ਜੇ ਤੂੰ ਕਹਿੰਦੀ ਆ ਤਾਂ ਲਾ ਲੈਨੇ ਆ। ਬੋਲੋ। ਕੰਸੈਂਟਰੇਸ਼ਨ ਤਾਂ ਬੰਦੀ ਆ। ਓਏ ਉਹ ਤੁਸੀਂ ਕਿਉਂ ਖਾਲੀ ਬੈਠੇ ਹੋ? ਤੁਸੀਂ ਵੀ ਲਾਓ ਯਾਰ, ਹਲੋ ਹੱਥ ਕਰੋ। All friends, and now one shot, okay? All friends, 1, 2, 3, go! One more. ਹੋ ਜੇ ਇੱਕ ਕਰਾਂ, ਚਲੋ ਬਈ। Again, all friends, okay? 1, 2, 3, go! ਓਏ ਆ ਪਾਰਟੀ ਛੇਤੀ ਖਤਮ ਕਰੋ। ਮੈਂ ਟਿੱਪੀ ਬਾਜੀ ਨੂੰ ਸਪਲਾਈ ਵੀ ਦੇ ਕੇ ਆਉਣੀ ਹੈ। ਓ ਕਿਹੜਾ ਟਿੱਪੀ ਬਾਜੀ? ਤੂੰ ਮਾਲ ਸਿਰਫ ਆਪਣਾ ਸਪਲਾਈ ਕਰਨਾ, ਕਿਸੇ ਟਿੱਪੀ ਬਾਜੀ ਨਾਲ ਨਹੀਂ ਮਾਲ ਸਪਲਾਈ ਕਰਨਾ। ਉਹ ਭਾਜੀ ਉਹ ਟਿੱਪੀ ਹੋਣੀ ਬੰਦੇ ਬਹੁਤ ਖਰਾਬ ਹੈ। ਉਹ ਮੈਨੂੰ ਮਾਰ ਦੇਣਗੇ। ਐਂ ਕਿਵੇਂ ਮਾਰ ਦੇਣਗੇ ਤੈਨੂੰ ਮੇਰੇ ਹੁੰਦਿਆਂ? ਨਾਲੇ ਆਪਣੇ ਕੋਲੇ ਕਿਤੇ ਬੰਦਿਆਂ ਦੀ ਕਮੀ ਆ, ਕਿਸੇ ਤੋਂ ਡਰਨ ਦੀ ਲੋੜ ਨਹੀਂ, ਤੈਨੂੰ ਦੱਸਾਂ। ਠੀਕ ਹੈ ਜੀ, ਇਸ ਵਾਰੀ ਤਾਂ ਉਹਨਾਂ ਦਾ ਕੰਮ ਕਰਤਾ, ਅਗਲੀ ਵਾਰੀ ਤੁਹਾਡਾ ਹੀ ਕਰੂੰਗਾ। ਬਸ ਸਰ ਆਪਣਾ, ਹੋਰ ਕਿਸੇ ਦਾ ਨਹੀਂ। ਬੜਾ ਡਰ ਨੂੰ ਲੱਗਦਾ। ਅੱਜ ਚੱਕ ਨਾਗ ਦਾ ਬੱਚਾ ਇਹ ਕੋਲੇ ਰੱਖਿਆ ਕਰ। ਠੀਕ ਹੈ ਜੀ। ਚੰਗਾ ਵੀ ਹੈ ਕਿਲਰ। ਹਾਂਜੀ ਤੂੰ ਭਾਜੀ, ਵੀ ਮਿਲੀ ਮੈਨੂੰ ਕੱਲ ਨੂੰ। ਪੱਕਾ ਸ਼ੋਰ ਭਾਜੀ। ਚੰਗਾ ਵੀਰ, ਮੈਂ ਤਾਂ ਆਪ ਚੱਲਦਾ ਯਾਰ। ਉਹ ਬ్రో ਬੈਠ ਜਾਂਦਾ, ਚੱਲ ਕਰਨਾ ਸੀ। ਹੋਰ ਨਹੀਂ ਬਈ, ਮੈਂ ਚਾਚੇ ਕੋਲ ਆ ਕੇ ਰਹਿਣਾ ਯਾਰ। ਮੁੜ ਕੇ ਘਰੇ ਗਏ ਨੂੰ ਗਾਲਾਂ ਕੱਢੂ। ਚੱਲੋ ਯਾਰ। ਇਹ ਤਾਂ ਗਿਆ, ਇਹ ਤਾਂ ਡੰਡ ਹੋ ਗਿਆ। ਉਹ ਚੰਗਾ ਵੀਰੇ, ਮਿਲਦੇ ਆ ਫਿਰ ਕਿਸੇ ਦਿਨ ਯਾਰ। ਬ్రో ਤੂੰ ਵੀ ਬੈਠ ਜਾ। ਉਹ ਨਹੀਂ ਮੈਂ ਨਿਕਲਦਾ, ਕਰਦੇ ਟੱਪਦੇ ਆ ਯਾਰ, ਲੇਟ ਜਾਣਾ ਜਦੋਂ ਫਿਰ ਮਿਲਦੇ ਆ ਯਾਰ ਤੇ ਗਈਆਂ ਇਹ ਵੀ ਜਾਂਦੀ ਹੈ ਕਿ ਅੱਜ ਸਾਡੀ ਆਏ ਡੰਡ ਹੋ ਗਿਆ। ਮੈਂ ਵੀ ਚੱਲਦਾ ਯਾਰ। ਜੱਸੀ ਮੈਂ ਤੈਨੂੰ ਲਾਇਬ੍ਰੇਰੀ ਚ ਲੱਭ ਕੇ ਆਇਆ। ਮੈਨੂੰ ਪਤਾ ਸੀ ਤੂੰ ਇੱਥੇ ਹੋਣਾ। ਮੈਂ ਤੇਰਾ ਫੋਨ ਟਰੈਕ ਕਰਕੇ ਤੈਨੂੰ ਇੱਥੇ ਤੱਕ ਫੜ ਗਿਆ। ਓਏ ਤੂੰ ਕੀ ਜਲੂਸ ਕੱਢੀ ਫਿਰਦੀ ਆ? ਘਰੋਂ ਕਿਹੋ ਜਿਹੇ ਕੱਪੜੇ ਪਾ ਕੇ ਆਈ ਸੀ? ਓਏ ਉਹ ਤੂੰ ਸੁੱਟੇ ਵੀ ਲਾਉਣੀ ਆ? ਡਰ, ਕੱਪੜਿਆਂ ਨੂੰ ਕੀ ਹੋਇਆ? ਨਾਲੇ ਤੁਹਾਡੀ ਪ੍ਰੋਬਲਮ ਕੀ ਆ? 2 ਸੁੱਟੇ ਤਾਂ ਲਾਏ ਆ ਮੈਂ। ਮੇਰੀ ਪ੍ਰੋਬਲਮ ਇਹੋ ਆ ਕਿ ਤੇਰੇ 2 ਸੁੱਕਿਆਂ ਨੇ ਨਾ ਪੂਰੀ ਕਮਿਊਨਿਟੀ ਦੇ ਵਿੱਚ ਮੇਰਾ ਨੱਕ ਵੜਾ ਕੇ ਰੱਖ ਦਿੱਤਾ। ਡਰ, ਮੈਨੂੰ ਤੁਹਾਡੀ ਨੌਕ ਦੀ ਸਮਝ ਨਹੀਂ ਲੱਗਦੀ। ਹਰ ਮਿੰਟ ਬਾਅਦ ਹੀ ਵੱਡੀ ਰਹਿੰਦੀ ਆ। ਪਰ ਡਰ, ਜਦੋਂ ਤੁਸੀਂ ਸਾਰੇ ਟੱਬਰ ਸਾਹਮਣੇ ਬੋਤਲ ਖੋਲ ਕੇ ਬਹਿ ਜਾਂਦੇ ਹੋ, ਗੰਦੀਆਂ ਗਾਲਾਂ ਕੱਢਦੇ ਹੋ, ਉਦੋਂ ਨਹੀਂ ਨੱਕ ਵੱਡੀ ਜਾਂਦੀ ਤੁਹਾਡੀ। ਓ ਯੂ ਸ਼ਟ ਅਪ। ਸਵਾਲ ਜਵਾਬ ਕਰਦੀ ਆ? ਓਏ ਉਹ ਤਾਂ ਮੈਂ ਆਏ ਗਏ ਨੇ ਮੂਹਰੇ ਰੱਖ ਲਈ 2 ਦਾਰੂ ਦੀਆਂ ਘੁੱਟਾਂ ਪੀ ਲੈਣਾ ਤੇ ਇਹਦੇ ਵਿੱਚ ਮਾਰਾ ਕੀ ਆ? ਉਹ ਦਾਰੂ ਕੋਈ ਮਾੜੀ ਚੀਜ਼ ਨਹੀਂ ਆ, ਉਹ ਕਲਚਰ ਆ ਸਾਡਾ, ਸੱਭਿਆਚਾਰ ਹੈ ਸਾਡਾ। ਕੋਦਾ ਸੱਭਿਆਚਾਰ ਕੁੜੀਆਂ ਨੂੰ ਰੋਕਦਾ, ਉਹਨੂੰ ਆਜ਼ਾਦੀ ਦਿੰਦਾ। ਲੈ ਤੂੰ ਬਕਵਾਸ ਬੰਦ ਕਰ। Come on, uncle. Just chill. We are just enjoy party. So what, uncle? ਜੇ ਕੱਪੜੇ ਇਦਾਂ ਦੇ ਪਾਇਆ, ਤੁਸੀਂ ਤਾਂ ਉਹੀ ਇੰਡੀਆ ਦੀ ਮੈਂਟੈਲਿਟੀ ਤੇ ਇੰਡੀਆ ਦਾ ਕਲਚਰ ਚੱਕੀ ਫਿਰਦੇ ਹੋ। ਓਏ ਉਹ ਤੂੰ ਕੌਣ ਓਏ? ਉਹ ਘੰਟੇ ਦਾ ਐ ਕਰੀ ਜਾਂਦਾ ਜਿਵੇਂ ਕੁੱਤੇ ਦੀ ਧੌਣ ਨੂੰ ਸਪਰਿੰਗ ਲੱਗਿਆ ਹੁੰਦਾ ਹੈ। ਉਹ ਤੂੰ ਕੀ ਸਿਖਾਏਗਾ ਮੈਨੂੰ ਸਾਡੇ ਕਲਚਰ ਬਾਰੇ? ਓਏ ਮੈਨੂੰ ਪਤਾ ਸਾਡੇ ਸੱਭਿਆਚਾਰ ਬਾਰੇ। ਸਾਡਾ ਸੱਭਿਆਚਾਰ ਘੱਟੋ ਘੱਟ ਧੀਆਂ ਭੈਣਾਂ ਦੀ ਇੱਜ਼ਤ ਕਰਨਾ ਤਾਂ ਸਿਖਾਉਂਦਾ ਹੈ ਨਾ। ਨਾਲੇ ਕਿਹੜੇ ਕੈਨੇਡੀਅਨ ਕਲਚਰ ਦੀ ਗੱਲ ਕਰਦੇ ਹੋ ਤੁਸੀਂ? ਔਰ ਤੁਸੀਂ ਇਸ ਨਗੇਜ ਨੂੰ ਕੈਨੇਡੀਅਨ ਕਲਚਰ ਕਹਿ ਰਹੇ ਹੋ? ਮੈਂ ਜਾਣਦਾ ਚੰਗੀ ਤਰ੍ਹਾਂ ਕੈਨੇਡੀਅਨ ਕਲਚਰ ਬਾਰੇ ਵੀ। ਕੈਨੇਡੀਅਨ ਕਲਚਰ ਉੱਚੀਆਂ ਤੇ ਸੱਚੀਆਂ ਕਦਰਾਂ ਕੀਮਤਾਂ ਦੀ ਗੱਲ ਕਰਦਾ ਹੈ। ਉਹ ਕਿਰਤ ਦੀ ਗੱਲ ਕਰਦਾ ਹੈ। ਕੈਨੇਡੀਅਨ ਕਲਚਰ ਕਿਰਤ ਦੀ ਕਦਰ ਕਰਨਾ ਸਿਖਾਉਂਦਾ ਹੈ। ਓਏ ਭੱਗ ਜਾ ਨਹੀਂ ਤਾਂ ਮੈਂ ਤੇਰੇ ਇਹੋ ਜਿਹੇ ਜੂਤ ਭਰਾਉਂ। ਉਹ ਵੀ ਇੰਡੀਅਨ। ਫਿਰ ਆ ਜਾ।
Come on, uncle. Indiana Jude Brown, Boot Brown. I'm a कलाकार, upcoming star. ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਹੈ ਕਲਾਕਾਰ ਦੀ uncle. You don't know. I'm a good boy. Yeah. ਉਹ ਤੂੰ ਜਾਣਾ ਕਿ ਨਹੀਂ ਸਾਲਾ ਹੋਇਆ ਬਰਾਊਨ ਬੁਆਏ ਦਾ ਹੈ ਅੰਮਾ ਨਾਲ ਬਾਪੂ ਸਾਲਾ ਕਿਤੇ ਖਾਦਾ ਨਮੂਨਾ ਦਸੀ ਮੈਂ ਨਾ ਕਰਦਾ ਇਹਦਾ ਜੱਸੀ ਡੈਡ ਮੈਂ ਉਹਨੂੰ ਵੀ ਲੈ ਕੇ ਜਾਣਾ ਘਰੇ ਓਏ ਉਸ ਬਿਮਾਰੀ ਨੂੰ ਹੁਣ ਤੂੰ ਕਿੱਥੇ ਮੇਰੇ ਗੱਲ ਪਾਏਂਗੀ अंकल हमारी टीम में जैसे की फ्रेंड ਅੱਛਾ ਤਾਂ ਇਹ ਕੋਡ ਮੇਰੇ ਗਾਲੀ ਪੈਣਾ ਫਿਰ ਆ ਜਾ ਤੁਸੀਂ ਪੁੱਤ ਉਹ ਤੇਰਾ ਠੀਕ ਨਹੀਂ ਹੈ ਤੈਨੂੰ ਰੱਬ ਦਾ ਵਾਸਤਾ ਹੀ ਮੋੜਿਆ ਜੱਸੀ ਪੁੱਤ ਮੈਂ ਪਿਓ ਹਾਂ ਤੇਰਾ ਬੁਰਾ ਨਹੀਂ ਤੱਕਦਾ ਤੇਰਾ ਜੱਸੀ ਪੁੱਤ ਮੁੜਿਆ ਸੋਨਾ ਵੀ ਟੱਪਿਆ ਸਦਾਨਾ ਵੀ ਟੱਪਿਆ ਘਰ ਵਿੱਚ ਮੁੰਡਾ ਬਦਨਾਮ ਹੋ ਗਿਆ ਘਰ ਵਿੱਚ ਮੁੰਡਾ ਬਦਨਾਮ ਹੋ ਗਿਆ ਭਾਜੀ ਤੁਸੀਂ ਮੈਨੂੰ ਬੁਲਾਇਆ ਉਹ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਕਿ ਮੈਨੂੰ ਭਾਜੀ ਨੇ ਬੁਲਾਇਆ ਤੇ ਆਪਾਂ ਭਾਜੀ ਹਾਜ਼ਰ ਯਾਰ ਤੇਰੇ ਨਾਲ ਨਾ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਆਪਣਾ ਮਾਲ ਬਹੁਤ ਆ ਰਿਹਾ ਤੇ ਆਪਾਂ ਨੂੰ ਇੱਕ ਸੌਂਗ ਚਾਹੀਦਾ ਵਧੀਆ ਜਿਹਾ ਨਸ਼ੇ ਤੇ ਜਿਹੜੇ ਸੌਂਗ ਦਾ ਕੁੜੀਆਂ ਮੁੰਡਿਆਂ ਤੇ ਟੀਨੇਜਰਾਂ 'ਚ ਪੂਰਾ ਕਰੇਜ ਹੋਵੇ ਤੇ ਮਾਲ ਧੜਾ ਧੜ ਵਿਕੇ ਬਸ ਪੱਕਾ ਭਾਜੀ ਸੌਂਗ ਦੀ ਕਿਹੜੀ ਗੱਲ ਆ ਭਾਜੀ ਸੌਂਗ ਤਾਂ ਆਪਾਂ ਕਰ ਦਿੰਦੇ ਆ ਪੂਰਾ ਐਂਡ ਨਾਲੇ ਭਾਜੀ ਵੀਡੀਓ ਵੀ ਹਾਲੀਵੁੱਡ ਲੈਵਲ ਦੀ ਟੌਪ ਦੀ ਤੇ ਭਾਜੀ ਜਿਹੜਾ ਮੈਂ ਮਾਡਲ ਲੈ ਕੇ ਆਉਣਾ ਕੁੜੀ ਦੀ ਪਟਾਕਾ ਬੰਬ ਪਰ ਭਾਜੀ ਸਿਰਫ ਇੱਕ ਹੀ ਪ੍ਰੋਬਲਮ ਆ ਇਹਨਾਂ ਸਾਰੇ ਜਿਹੜਾ ਖਰਚਾ ਪ੍ਰਮੋਸ਼ਨ ਤੇ ਕਾਫੀ ਜ਼ਿਆਦਾ ਮਿਲਦਾ ਭਾਜੀ ਉਹ ਕਿਹੜੇ ਖਰਚਿਆਂ ਦੀ ਗੱਲ ਕਰਦਾ ਈ ਯਾਰ ਤੂੰ ਆਪਣੇ ਭਾਜੀ ਦੇ ਹੁੰਦੇ ਪੈਸੇ ਦੀ ਪਰਵਾਹ ਨਾ ਕਰ ਬਸ ਇੱਕ ਸੌਂਗ ਕਰ ਵਧੀਆ ਜਾ ਜਿਹੜਾ ਕੁੜੀਆਂ ਦੇ ਮੁੰਡਿਆਂ 'ਚ ਕਰੇਜ ਫਲਾ ਦੇ ਇੰਨਾ ਤੇ ਨਸ਼ਾ ਭਾਲਿਆ ਨਾ ਖਾਵੇ ਬਸ ਬਣਾ ਕੇ ਵਧੀਆ ਜਾ ਭਾਜੀ ਇੱਕ ਹੁਣੇ ਸੁਣਾ ਫਿਰ ਕੁੜੀਆਂ ਨੀ ਹਾਏ ਬਦਲੋ ਕੁੜੀਆਂ ਨੀ ਹਾਏ ਬਦਲੋ ਤੇਰੇ ਪਿੱਛੇ ਹਾਏ ਮੇਰਾ ਦਿਲ ਮਚਲੇ ਤੇਰੇ ਪਿੱਛੇ ਹਾਏ ਮੇਰਾ ਦਿਲ ਮਚਲੇ ਪਿੱਛੇ ਤੇਰੇ ਆਵਾਂ ਗੇੜੀਆਂ ਲਵਾਂ ਪਿੱਛੇ ਤੇਰੇ ਆਵਾਂ ਬਹਿ ਮੇਰੀ ਗੱਡੀ ਵਿੱਚ ਗੇੜੀਆਂ ਲਵਾਂ ਕੁੜੀਆਂ ਨੀ ਹਾਏ ਬਦਲੋ ਕੁੜੀਆਂ ਨੀ ਹਾਏ ਬਦਲੋ I'm a brown boy yeah I'm a brown boy ਓਏ ਬਰੂਨਾ ਆ ਕੀ ਗੱਟ ਮਾਰਿਆ ਇਹਦਾ ਚ ਨੱਡੀ ਨਹੀਂ ਗੱਡੀ ਨਹੀਂ ਨਸ਼ਾ ਨਹੀਂ ਕੋਈ ਗੋਲੀ ਨਹੀਂ ਪਟਾਕਾ ਨਹੀਂ ਕੋਈ ਜੇਲ ਨਹੀਂ ਇਹ ਨਹੀਂ ਚਾਹੀਦਾ ਕੋਈ ਵਧੀਆ ਸੌਂਗ ਚਾਹੀਦਾ ਵਧੀਆ ਜਿਹਦੇ ਚ ਗੋਲੀ ਹੋਵੇ ਨਸ਼ਾ ਹੋਵੇ ਜੇਲ ਹੋਵੇ ਇਟ ਮੀਨਸ ਭਾਜੀ ਤੁਸੀਂ ਪੂਰਾ ਬੰਬ ਮੰਗੋ ਫੁੱਲ ਪੈਕੇਜ ਇਹ ਤੂੰ ਪਹਿਲਾਂ ਪਟਾਕੇ ਹੀ ਸੁਣਾਈ ਗਿਆ ਹਾਂ ਭਾਜੀ ਉਸ ਨੂੰ ਤੁਹਾਨੂੰ ਇੱਕ ਹੋਰ ਆਉਣ ਦਿਆ ਦੇਖ ਲੈਨੇ ਆ ਹਾਏ ਹੀਰੀਏ ਨੀ ਤੂੰ ਚਿੱਟੇ ਵਰਗੀ ਹਾਏ ਹੀਰੀਏ ਨੀ ਤੂੰ ਚਿੱਟੇ ਵਰਗੀ ਤੈਨੂੰ ਵੇਖ ਕੇ ਨੀ ਮੈਨੂੰ ਲੋੜ ਚੜ ਗਈ ਤੈਨੂੰ ਵੇਖ ਕੇ ਨੀ ਮੈਨੂੰ ਲੋੜ ਚੜ ਗਈ ਜਦੋਂ ਦਾ ਹਾਏ ਨੀ ਮੈਂ ਤੈਨੂੰ ਤੱਕਿਆ ਮੇਰੀ ਤਾਂ ਸੋਹਣੀ ਹਿੰਮਤ ਮਰ ਗਈ ਹਾਏ ਹੀਰੀਏ ਨੀ ਤੂੰ ਚਿੱਟੇ ਵਰਗੀ ਪਿੱਛੇ ਤੇਰੇ ਆਉਂ ਗੋਲੀਆਂ ਚਲਾਉਂ ਪਿੱਛੇ ਤੇਰੇ ਆਉਂ ਗੋਲੀਆਂ ਚਲਾਉਂ ਭਾਵੇਂ ਹੋ ਜਾਵੇ ਨੀ ਜੇਲ ਤੇਰੇ ਯਾਰ ਨੂੰ ਹੀਰੀਏ ਨੀ ਚਿੱਟੇ ਵਰਗੀ ਹੀਰੀਏ ਨੀ ਚਿੱਟੇ ਵਰਗੀ ਓ ਬੱਲੇ ਵਾਹ ਵੀ ਵਾਹ ਆਹੀ ਚਾਹੀਦਾ ਬਸ ਬਣਾ ਰਹੇ ਨਹੀਂ ਬੰਬ ਕਰਾਂ ਮੈਂ ਕਿਹਾ ਭਾਜੀ ਤੁਸੀਂ ਨਾ ਮੈਨੂੰ ਫੋਲੋ ਕਰੋ ਇੰਸਟਾਗ੍ਰਾਮ ਪੇਜ ਤੇ ਅੰਡਰ A ਕਿਲਰ ਨਾਲੇ ਮੇਰੀ ਫੈਨ ਫੋਲੋਇੰਗ ਦੇਖਿਓ ਤੇ ਭਾਜੀ ਅੱਜ ਹੀ ਆਪਾਂ ਅਪਡੇਟ ਕਰ ਦੇਣਾ ਅਪਕਮਿੰਗ ਸੌਂਗ ਬਾਈ A ਕਿਲਰ ਹੀਰੀਏ ਚਿੱਟੇ ਵਰਗੀ ਵਾਹ ਤੂੰ ਟੈਨਸ਼ਨ ਕਿਹੜੀ ਗੱਲ ਦੀ ਲੈਣਾ ਤੇਰੀ ਬਹੁਤ ਜਲਦੀ ਇੰਟਰਵਿਊ ਕਰਾਉਣ ਜਾ ਰਿਹਾ ਮੀਡੀਆ ਤੇ ਬਸ ਆ ਜਿਹੜਾ ਸੱਭਿਆਚਾਰ ਬੈਠਾ ਨਾ ਇਹਦੀ ਇਸੇ ਤਰ੍ਹਾਂ ਹੀ ਸੇਵਾ ਕਰਦਾ ਰਹਿ ਇੰਟਰਵਿਊ ਮੀਡੀਆ ਤੇ ਯੈਸ ਹੀਰੀਏ ਨੀ ਚਿੱਟੇ ਵਰਗੀ ਹਾਏ ਹੀਰੀਏ ਨੀ ਚਿੱਟੇ ਵਰਗੀ ਹੀਰੀਏ ਨੀ ਚਿੱਟੇ ਵਰਗੀ ਮੈਂ ਖੁਸ਼ਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਮਨਪਸੰਦ ਪ੍ਰੋਗਰਾਮ ਸੱਭਿਆਚਾਰ ਦੇ ਅੰਗ ਸੰਗ ਵਿੱਚ ਇਸ ਪ੍ਰੋਗਰਾਮ ਵਿੱਚ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ
ਕਿ ਅਸੀਂ ਤੁਹਾਡੀ ਮੁਲਾਕਾਤ ਅਲੱਗ-ਅਲੱਗ ਕਲਾਕਾਰਾਂ ਨਾਲ ਕਰਾਉਂਦੇ ਹਾਂ। ਅੱਜ ਜਿਸ ਕਲਾਕਾਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਕਿਸੇ ਜਾਣ ਪਹਿਚਾਣ ਦੇ ਮੁਖਾਜ ਨਹੀਂ, ਨੌਜਵਾਨਾਂ ਦੇ ਦਿਲਾਂ ਦੀ ਧੜਕਨ, ਹਰ ਦਿਲ ਅਜ਼ੀਜ਼ ਇਹ ਕਿਲਰ ਸਾਹਿਬ। I'm a brown boy, ਨਾਮ ਨੇ ਬਲੈਂਡ ਮਹਿੰਗੀਆਂ ਨੇ ਗੱਡੀਆਂ, ਕਾਸਟਰ ਪਲੇਟਾਂ ਮੂਲਾਂ ਨੇ ਗੱਡੀਆਂ, ਚਵਲੇ ਚਵਲੇ ਨੇ ਮਤਾਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ ਤੱਕ ਲੱਲੀ ਚੱਲੀ ਜਾਂਦੀ ਪਿੱਛੇ ਹੱਥ। ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ, ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟੇ, ਬੜੀ ਦਿੰਦੇ ਜੜਾਂ ਵਿੱਚੋਂ ਪੱਟ। ਇਸ ਜੱਟ ਤੇਰੀ ਸੈਂਚ ਕਰਾਉਂਦੇ ਜਿਹੜੇ ਆ, ਇਸ ਜੱਟ ਮੂੰਹ ਬਹੁਤ ਬੋਲਦੇ ਆ ਕੱਟ, ਇਸ ਜੱਟ ਦਿਲਾਂ ਉੱਤੇ ਮਾਰਦੇ ਆ ਸੱਟੇ, ਬੜੀ ਦਿੰਦੇ ਜੜਾਂ ਵਿੱਚੋਂ। ਇਸ ਜੱਟ ਬੈਠੋ ਬੈਠੋ ਕਿਲਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਹਾਂ, ਸਾਰਿਆਂ ਤੋਂ ਪਹਿਲਾਂ ਜੀ ਤੁਹਾਡਾ ਪ੍ਰੋਗਰਾਮ ਦੇਖਣ ਵਾਲੇ ਸੱਭਿਆਚਾਰ ਦੇ ਅੰਗ ਸੰਗ ਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਤੁਹਾਡੇ ਇਹ ਕਿਲਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ, ਲਵ ਯੂ ਆਲ। ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਤੁਹਾਡੇ ਗਾਇਕੀ ਦੇ ਸਫ਼ਰ ਤੋਂ। ਬਈ ਤੁਸੀਂ ਗਾਉਣਾ ਕਦੋਂ ਤੇ ਕਿੱਥੇ ਸ਼ੁਰੂ ਕੀਤਾ, ਤੇ ਤੁਸੀਂ ਤਾਲੀਮ ਵੀ ਹਾਸਲ ਕੀਤੀ ਹੈ ਕਿਸੇ ਤੋਂ ਗਾਉਣ ਦੀ? ਜੀ ਰੱਬ ਝੂਠ ਨਾ ਬੁਲਾਵੇ, ਤਾਲੀਮ ਤਾਂ ਨਹੀਂ ਮੈਂ ਕਿਸ ਤੋਂ ਲਈ, ਇਹ ਗॉड ਗਿਫਟਡ ਹੀ ਆ, ਬੋਰਨ ਟੈਲੈਂਟਡ ਤੁਸੀਂ ਕਹਿ ਸਕਦੇ ਹੋ। ਛੋਟਾ ਹੁੰਦਾ ਮੈਂ ਸਕੂਲ ਦੀਆਂ ਬਾਲ ਸਭਾ ਚ ਗਾਉਂਦਾ ਹੁੰਦਾ ਸੀਗਾ, ਹੌਲੀ ਹੌਲੀ ਨਾ ਮੈਂ ਲੋਕਲ ਸਟੇਜਾਂ ਤੇ ਗਾਉਣਾ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਮੇਰਾ ਇਹੋ ਜਿਹਾ ਗਾਇਕੀ ਦਾ ਸਫ਼ਰ ਸ਼ੁਰੂ ਹੁੰਦਾ। ਫਿਰ ਮੈਂ ਇੱਕ ਵਿੱਚ ਦੀ ਨਾ ਇੱਕ ਸਿੰਗਲ ਟਰੈਕ ਕੀਤਾ ਸੀ, ਫੋਕ ਸੌਂਗ ਸੀਗਾ, ਪਰ ਉਹਦੇ ਨਾਲ ਵੀ ਬਾਹਲੀ ਗੱਲ ਨਹੀਂ ਬਣੀ। ਫਿਰ ਮੇਰੇ ਇੱਕ ਦਿਲ ਅਜ਼ੀਜ਼ ਆ, ਉਹ ਕਹਿੰਦਾ ਯਾਰ ਇਹ ਕਿਲਰ ਇਫ ਯੂ ਵਾਂਟ ਟੂ ਡੂ ਸਮਥਿੰਗ ਆਈ ਨੋ ਲੋਕਾਂ ਦੀ ਰਮਜ ਪਛਾਣੀ ਕੀ ਮੰਗਦੇ ਆ, ਜੋ ਇਹ ਮੰਗਦੇ ਆ ਮਾਰਕੀਟ ਸੈਟ ਯੂ ਵਿਲ ਬੀ ਅ ਕਿੰਗ। ਤੇ ਉਹੀ ਕੀਤਾ ਆਪਾਂ, ਇਹਨਾਂ ਦੀ ਰਮਜ ਪਛਾਣੀ ਇਹ ਕੀ ਚਾਹੁੰਦੇ ਆ, ਇਹਨਾਂ ਦੀ ਕਚਹਿਰੀ 'ਚ ਪੇਸ਼ ਕੀਤਾ। ਅੱਜ ਤੁਹਾਡੇ ਸਾਹਮਣੇ ਹੀ ਇਹ ਕਿਲਰ। ਤੁਸੀਂ ਇੱਕ ਆਮ ਜਿਹੇ ਪੰਜਾਬੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹੋ, ਤੁਹਾਡੇ ਮਾਪਿਆਂ ਨੇ ਨਾਂ ਵੀ ਤੁਹਾਡਾ ਕੋਈ ਹੋਰ ਰੱਖਿਆ ਸੀ ਸ਼ਾਇਦ। ਹੁਣ ਤਾਂ ਬਈ ਤੁਸੀਂ ਪੰਜਾਬੀ ਨੌਜਵਾਨਾਂ ਦੇ ਬੜੇ ਚੜ੍ਹਦੇ ਸਟਾਰ ਬਣ ਗਏ ਹੋ, ਫਿਰ ਕੀ ਮਹਿਸੂਸ ਕਰਦੇ ਹੋ ਸਟਾਰ ਬਣ ਕੇ? ਸਟਾਰ ਬਣ ਕੇ ਜੀ ਬਹੁਤ ਗੁੱਡ ਮਹਿਸੂਸ ਹੁੰਦਾ। ਤੇ ਜਿਹੜੀ ਤੁਸੀਂ ਗੱਲ ਕਹੀ ਉਹ ਵੀ ਮੇਰੇ ਮਾਂ-ਪਿਓ, ਮੈਂ ਤੁਹਾਡੇ ਚੈਨਲ ਰਾਹੀਂ ਪਹਿਲੀ ਵਾਰ ਦੱਸ ਰਿਹਾ, ਮੇਰੇ ਮਾਂ-ਪਿਓ ਖੇਤੀਬਾੜੀ ਦੇ ਨਾਲ ਸੰਬੰਧਿਤ ਸੀ ਤੇ ਉਹਨਾਂ ਨੇ ਨਾ ਮੇਰਾ ਨਾਮ ਬਹੁਤ ਲੰਬਾ ਰੱਖਤਾ, ਅਮਰਜੀਤ ਸਿੰਘ ਕਲੇਰ। ਤੇ ਉਹ ਗੱਲ ਹੀ ਨਹੀਂ ਸੀ ਬਣਦੀ। ਫਿਰ ਮੈਂ ਪਹਿਲਾ ਸਿੰਗਲ ਟਰੈਕ ਕੀਤਾ, ਮੈਂ ਉੱਥੇ ਕਰਦਾ ਜੀ ਅੰਬੂ ਕਲੇਰ, ਫਿਰ ਮੇਰੀ ਗੱਲ ਬਣੀ। ਫਿਰ ਅੱਜ ਕੱਲ੍ਹ ਜਿਹੜਾ ਟ੍ਰੈਂਡਿੰਗ ਚੱਲਦਾ ਸ਼ਾਰਟ ਨੇਮ, ਵੈਰੀ ਸ਼ਾਰਟ ਨੇਮ, ਆਪਾਂ ਅੰਬੂ ਦੇ ਵਿੱਚੋਂ ਚੱਕੀ ਏ ਤੇ ਕਲੇਰ ਨੂੰ ਕਰਤਾ ਕਿਲਰ, ਇਹ ਕਿਲਰ। ਤੁਹਾਡੇ ਗੀਤਾਂ ਦੇ ਵੀਡੀਓਜ਼ ਦੀ ਜੇ ਗੱਲ ਕਰੀਏ, ਵੀਡੀਓਜ਼ ਤੇ ਆਉਂਦਿਆਂ ਤੇ ਵੀ ਬੜਾ ਖਰਚਾ ਕਰਦੇ ਹੋ ਤੁਸੀਂ। ਟੌਪ ਦੀਆਂ ਮਾਡਲਸ, ਲਗਜ਼ਰੀ ਕਾਰਾਂ, ਬ੍ਰਾਂਡਡ ਕੱਪੜੇ, ਬ੍ਰਾਂਡਡ ਫੋਨ, ਇਹ ਜਿਹੜਾ ਵੀਡੀਓਜ਼ ਤੇ ਇੰਨਾ ਖਰਚਾ ਹੁੰਦਾ ਹੈ ਤੁਸੀਂ ਆਪ ਹੀ ਕਰਦੇ ਹੋ ਕਿ ਕੋਈ ਸਪਾਂਸਰਸ ਹੁੰਦੇ ਨੇ ਤੁਹਾਡੇ ਕੋਲ? ਹਾਂ, ਦੈਟਸ ਰੀਅਲੀ ਗੁੱਡ ਕੁਐਸਚਨ। ਜਦੋਂ ਹੁਣ ਤੁਸੀਂ ਵੀਡੀਓ ਵੀ ਕਰਨੀ ਹੈ ਹਾਲੀਵੁੱਡ ਲੈਵਲ ਦੀ, ਉੱਥੇ ਜਾ ਕੇ ਕੈਲੀਫੋਰਨੀਆ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਉਹਦੇ ਵਿੱਚੋਂ ਵੱਡੀਆਂ ਗੱਡੀਆਂ ਲੈਂਬੋਰਗਿਨੀ ਪਾਉਣੀ ਆ, ਵਿੱਚ ਤੁਸੀਂ ਹੋਰ ਵੱਡੀਆਂ ਆਡੀ ਜਾਂ ਸਮਥਿੰਗ ਐਲਸ, ਫਿਰ ਐਰੋਪਲੇਨ ਵਿੱਚ ਤੁਸੀਂ ਹੋਰ ਲੈ ਕੇ ਆਉਣੇ ਸ਼ਾਟ ਲੈਣੇ ਆ, ਇਟਸ ਵੈਰੀ ਐਕਸਪੈਂਸਿਵ, ਟੌਪ ਆਫ ਦੈਟ ਟੌਪ ਮਾਡਲ। ਪਰ ਇਹਦੇ ਲਈ ਜਦੋਂ ਤੁਸੀਂ ਮੇਰੇ ਫੈਨ ਫੋਲੋਇੰਗਸ ਦੇਖਦੇ ਹੋ, ਮੈਨੂੰ ਬਹੁਤ ਲੋਕ ਪਿਆਰ ਕਰਦੇ ਆ, ਜਿਹਦੇ ਕਰਕੇ ਮੈਨੂੰ ਸਪਾਂਸਰ ਛੇਤੀ ਈਜ਼ੀ ਮਿਲ ਜਾਂਦੇ ਆ। ਸਪਾਂਸਰ ਸਾਡੇ ਦੇ ਫੇਵਰ ਕਰ ਦਿੰਦੇ ਆ, ਅਸੀਂ ਉਹਨਾਂ ਦੇ ਕਰ ਦਿੰਦੇ ਆ, ਦੈਟਸ ਹਾਊ ਵਰਕ। ਤੁਹਾਡੇ ਗਾਣਿਆਂ ਦੇ ਵਿਸ਼ਾ ਵਸਤੂ ਦੀ ਗੱਲ ਕਰੀਏ ਤਾਂ ਹੁਣੇ ਇੰਡਸਟਰੀ ਦੇ ਵਿੱਚ ਜਿਹੜੇ ਤੁਹਾਡੇ 5-10 ਗਾਣੇ ਨੌਜਵਾਨ ਪੀੜ੍ਹੀ 'ਚ ਬੜੇ ਮਕਬੂਲ ਹੋਏ ਆ, ਸਾਰੇ ਦੇ ਸਾਰੇ ਗਾਣਿਆਂ ਦੇ ਵਿੱਚ ਤੁਸੀਂ ਜੱਟਵਾਦ, ਗੈਂਗਵਾਰ, ਨਸ਼ਾ, ਹਿੰਸਾ, ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕੀਤਾ। ਇਹ ਗਾਣੇ ਨੇ ਜਿਹੜੇ ਤੁਸੀਂ ਆਪ ਹੀ ਲਿਖਦੇ ਹੋ ਕਿ ਕਿਸੇ ਹੋਰ ਤੋਂ ਲਿਖਵਾਉਣੇ ਹੁੰਦੇ ਹੋ ਫਰਮਾਇਸ਼ ਤੇ? ਜੀ ਰੱਬ ਝੂਠ ਨਾ ਬੁਲਾਵੇ, ਇਹ ਤਾਂ ਆਪਦੇ ਮੂੰਹ ਆਪਦੀ ਤਾਰੀਫ ਕਰਨ ਵਾਲੀ ਗੱਲ ਹੀ ਹੈ ਜੀ। ਜਿਹੜੇ ਮੈਂ ਸੌਂਗ ਵੀ ਖੁਦ ਲਿਖਦਾ, ਜਿਹੜੇ ਵਿੱਚ ਰੈਪ ਕਰਦੇ ਆ, ਉਹ ਵੀ ਮੇਰੇ ਲਿਖਿਆ ਹੁੰਦਾ ਜੀ। ਫਿਰ ਈਵਨ ਕਿ ਕੰਪੋਜ਼ ਤੱਕ ਮੈਂ ਕਰਾ ਦਿੰਦਾ। ਫਿਰ ਕਈ ਵਾਰ ਤਾਂ ਜਿਹੜੇ ਵੀਡੀਓ ਡਾਇਰੈਕਟਰ ਹੁੰਦੇ ਨੇ, ਉਹਨੂੰ ਦੱਸਣਾ ਪੈਂਦਾ ਯਾਰ ਸ਼ਾਟ ਇੱਥੋਂ ਲਓ, ਇਸ ਐਂਗਲ ਤੋਂ ਲਓ, ਉਹ ਵੀ ਨਾਲ ਕਰਾਉਣਾ ਪੈਂਦਾ ਜੀ। ਤੁਸੀਂ ਕਹਿ ਸਕਦੇ ਹੋ ਆਲ ਇਨ ਵਨ ਇਹ ਕਿਲਰ। ਇਹ ਕਿਲਰ ਸਾਹਿਬ, ਤੁਸੀਂ ਹੁਣੇ ਸੁਣਿਆ ਹੋਣਾ ਅਖਬਾਰਾਂ ਰਾਹੀਂ ਤਾਂ ਹੋਰ ਮੀਡੀਆ ਰਾਹੀਂ ਕਿ ਕੈਲਗਰੀ ਦੇ ਵਿੱਚ ਹੁਣੇ 4 ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨੇ, ਤੇ ਪੂਰੇ ਕੈਨੇਡਾ ਦੇ ਵਿੱਚ 500 ਤੋਂ ਵੱਧ ਨੌਜਵਾਨ ਇਸ ਗੈਂਗਵਾਰ 'ਚ ਆਪਣੀਆਂ ਜਾਨਾਂ ਗਵਾ ਚੁੱਕੇ ਨੇ, ਜਿਹਦੇ ਵਿੱਚੋਂ 89% ਪੰਜਾਬੀਆਂ ਦੇ ਬੱਚੇ ਨੇ, ਖਾਸ ਕਰ ਜੱਟਾਂ ਦੇ, ਜਿਹਦੇ ਵਿੱਚੋਂ 5% ਪਾਕਿਸਤਾਨੀ, 3% ਪੰਜਾਬੀਆਂ ਹਿੰਦੂਆਂ ਦੇ ਤੇ 3%
99% ਹੋਰ ਕਮਿਊਨਿਟੀਆਂ ਦੇ ਬੱਚੇ ਨੇ। ਤੁਸੀਂ ਨਹੀਂ ਸਮਝਦੇ ਕਿ ਆਪਣੇ ਗੀਤਾਂ ਦੇ ਵਿੱਚ ਆ ਜਿਹੜੀਆਂ ਵੀਡੀਓ ਦੇ ਵਿੱਚ ਤੁਸੀਂ ਰੋਲ ਮਾਡਲ ਉਹਨਾਂ ਦੇ ਸਾਹਮਣੇ ਪੇਸ਼ ਕਰ ਰਹੇ ਹੋ, ਇਹੀ ਰੋਲ ਮਾਡਲ ਬਣਨ ਦੀ ਕੋਸ਼ਿਸ਼ ਦੇ ਵਿੱਚ ਇਹ ਬੱਚੇ ਨਸ਼ੇ ਦੀ ਦਲਦਲ ਦੇ ਵਿੱਚ ਧੱਕੇ ਜਾ ਰਹੇ। ਨਹੀਂ ਭੈਣ ਜੀ, ਏਦਾਂ ਦੀ ਗੱਲ ਥੋੜੀ ਆ। ਦਿਸ ਇਜ਼ ਐਂਟਰਟੇਨਮੈਂਟ ਇੰਡਸਟਰੀ। ਜੋ ਲੋਕ ਇਹ ਚਾਹੁੰਦੇ ਨੇ ਅਸੀਂ ਤਾਂ ਉਹੀ ਪੇਸ਼ ਕਰਦੇ ਆ ਜੀ। ਤੁਹਾਡੇ ਵੀਡੀਓਜ਼ ਤੋਂ ਪ੍ਰਭਾਵਿਤ ਹੋ ਕੇ ਇਹ ਨੌਜਵਾਨ ਬੱਚੇ ਜ਼ਿੰਦਗੀ ਵਿੱਚ ਮਿਹਨਤ ਕਰਨ ਦੀ ਬਜਾਏ ਸ਼ਾਰਟਕਟ ਰਸਤੇ ਅਪਣਾਉਂਦੇ ਨੇ। ਆਪਣੀਆਂ ਕਾਰਾਂ ਦੀਆਂ ਪਲੇਟਾਂ ਤੇ ਬੈਲੀ, ਗੈਂਗਸਟਰ, ਡਿਫਾਲਟਰ ਲਿਖਾਉਂਦੇ ਨੇ। ਸਾਡੇ ਕਲਚਰ ਵਿੱਚ ਬੈਲੀ ਹੋਣ ਨੂੰ ਸ਼ਰਮਨਾਕ ਸਮਝਿਆ ਜਾਂਦਾ ਸੀ ਤੇ ਹੁਣ ਇਹ ਬੱਚੇ ਆਪਦੇ ਆਪ ਨੂੰ ਬੈਲੀ ਕਹਾ ਕੇ ਆਪਦੇ ਆਪ ਤੇ ਮਾਣ ਮਹਿਸੂਸ ਕਰ ਰਹੇ ਨੇ। ਤੁਸੀਂ ਦੋਸ਼ੀ ਨਹੀਂ ਸਮਝਦੇ ਆਪਦੇ ਆਪ ਨੂੰ? ਭੈਣ ਜੀ ਤੁਸੀਂ ਤਾਂ ਐ ਮੇਰੇ ਮਗਰ ਪੈ ਗਏ ਜਿਵੇਂ ਤੁਸੀਂ ਮੈਨੂੰ ਟਾਰਗੇਟ ਕਰਕੇ ਆਏ ਹੋਏ ਹੋ। ਤੁਸੀਂ ਮੇਰੀਆਂ ਧਾਰਮਿਕ ਐਲਬਮਸ ਵੀ ਤਾਂ ਦੇਖੋ, ਕਿੰਨੇ ਬਜ਼ੁਰਗ ਉਹ ਧਰਮ ਦੇ ਰਾਹ ਤੇ ਚੱਲ ਪਏ ਸੁਣ ਕੇ। ਕਦੇ ਦੇਖਿਆ? ਨਾਲੇ ਭੈਣ ਜੀ ਆਈ ਨੀਡ ਟੂ ਗੋ, ਮੇਰੇ ਸ਼ੋਅ ਦਾ ਟਾਈਮ ਹੈ। ਠਹਿਰੋ ਕਿੰਨਰ ਸਾਹਿਬ, ਤੁਹਾਨੂੰ ਅਜੇ ਹੋਰ ਪ੍ਰਸ਼ਨ ਕਰਨੇ ਬਾਕੀ ਨੇ। ਤੁਸੀਂ ਆਪਣੇ ਗੀਤਾਂ ਦੇ ਵਿੱਚ ਜਿਹੜੇ ਜੱਟਾਂ ਦੀ ਗੱਲ ਕਰਦੇ ਹੋ, ਉਹ ਜੱਟ ਰਹਿ ਤਾਂ ਚੁੱਕੇ ਆ। ਸਾਡਾ ਪੰਜਾਬ ਜੱਟ ਤਾਂ ਖੁਦਕੁਸ਼ੀਆਂ ਕਰਕੇ ਮਰ ਰਿਹਾ ਹੈ। ਮਨੋਂ ਮੂੰਹੀ ਕਰਜ਼ੇ ਦਾ ਭਾਰ ਹੈ ਉਹਦੇ ਸਿਰ ਤੇ। ਹਰ 10 ਘੰਟਿਆਂ ਬਾਅਦ ਇੱਕ ਬੱਚਾ ਆਪਣੇ ਪਿਓ ਦੀ ਮੋਢਿਆਂ ਤੇ ਲਾਸ਼ ਬਣ ਕੇ ਸਿਰਿਆਂ ਵੱਲ ਨੂੰ ਜਾ ਰਿਹਾ ਹੈ। ਪੰਜਾਬ ਦੇ ਵਿੱਚ ਹਰ 20 ਕਰੋੜ ਦਾ ਤੇ ਸਾਲ ਦੇ ਵਿੱਚ 7500 ਕਰੋੜ ਦਾ ਨਸ਼ਾ ਕੀਤਾ ਜਾਂਦਾ ਹੈ। ਤੁਸੀਂ ਹਰ ਨੌਜਵਾਨ ਦੀ ਤਲੀ ਤੇ ਨਸ਼ਾ ਟਿਕਾ ਦਿੰਦਾ ਹੈ। ਭੈਣ ਜੀ ਆ ਵੀ ਕੋਈ ਤਰੀਕਾ ਸੱਦ ਕੇ ਬੇਇੱਜ਼ਤੀ ਕਰਨ ਦਾ। ਨਾਲੇ ਭੈਣ ਜੀ ਤੁਹਾਨੂੰ ਮੇਰੇ ਬਾਰੇ ਨਹੀਂ ਪਤਾ, ਮੇਰੀ ਪਾਵਰ ਬਾਰੇ, ਪੋਲੀਟੀਕਲ ਪਾਵਰ ਬਾਰੇ ਨਹੀਂ ਪਤਾ। ਯੂ نو I'm a brown boy, brown boy, ਤੈਨੂੰ ਤੇ ਤੇਰੇ ਵਰਗਿਆਂ ਨੂੰ ਸਵਾਲ ਪੁੱਛਣ ਦੇ ਤਰੀਕੇ ਹੁਣ ਅਸੀਂ ਹੋਰ ਵੀ ਲੱਭਾਂਗੇ। ਇਹ ਲੋਕ ਤੈਨੂੰ ਕਚਹਿਰੀਆਂ 'ਚ ਇਕੱਠੇ ਹੋ ਕੇ ਹਜ਼ਾਰਾਂ ਸਵਾਲ ਪੁੱਛਣਗੇ ਤੇ ਤੁਹਾਨੂੰ ਉਹਨਾਂ ਸਵਾਲਾਂ ਦਾ ਜਵਾਬ ਦੇਣਾ ਪਏਗਾ। ਇਹ ਸੀ ਇੱਕ ਮੁਲਾਕਾਤ ਇਹ ਕਿੰਨਰ ਨਾਲ। ਅਗਲੇ ਹਫ਼ਤੇ ਅਗਲਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਧੰਨਵਾਦ। ਪ੍ਰੀਤ ਉਹ ਹੈਲੋ। ਓਏ ਆ ਕੀ ਦਿਨ ਤਾਂ ਸਾਡਾ ਟੂਟੀਆਂ ਨਹੀਂ ਪਾ ਕੇ ਸੁਣਦਾ ਕੀ ਰਹਿਣਾ ਤੂੰ? ਓਏ ਤੈਨੂੰ ਤਾਂ ਮੈਡੀਕਲ ਦੀ ਪੜ੍ਹਾਈ ਚ ਪਾਇਆ। ਓਏ ਉਹ ਕਦੀ ਪੜ੍ਹਾਈ ਵੀ ਕਰਦਾ ਕਿ ਨਹੀਂ ਕਰਦਾ? ਉਹ ਸਾਡੀਆਂ ਤੇਰੇ ਕੋਲੋਂ ਕੋ ਉਮੀਦਾਂ ਨੇ, ਉਹ ਸੁਪਨੇ ਨੇ ਸਾਡੇ ਯਾਰ ਤੇਰੇ ਕੋਲੋਂ। ਉਹ ਪਾਪਾ ਪੜ੍ਹ ਲੂ, ਪੜ੍ਹਦਾ ਹੀ ਤਾਂ ਹੈਗਾ। ਹਰ ਵਾਰੀ 2 ਮਿੰਟ ਗਾਣੇ ਸੁਣਦਾ ਹੀ, ਸੁਣ ਲੈਣ ਦੋ, ਹੁਣ ਤਾਂ ਸਵਾਦ ਆਉਣ ਲੱਗਿਆ ਸੀ। ਉਹ ਤੁਸੀਂ ਕਿਉਂ ਮੇਰੇ ਮੁੰਡੇ ਦੇ ਬਾਤ ਪਈ ਰਹਿੰਦੇ ਹੋ? ਕਿਉਂ ਆਪਦੇ ਸੁਪਨੇ ਉਹਦੇ ਸਿਰ ਮਾਰਨ ਲੱਗੇ ਹੋਏ ਹੋ? ਤੂੰ ਤੇ ਆਪਣਾ ਨਾ ਮੂੰਹ ਬੰਦ ਕਰ। ਇਹ ਸਾਰਾ ਪੌੜਾ ਤੇਰਾ ਪਾਇਆ, ਮੈਂ ਤੈਨੂੰ ਦੱਸ ਦਿਆਂ। ਤੈਨੂੰ ਟਾਈਮ ਹੀ ਹੈ ਨਹੀਂ ਇਹਨੂੰ ਚੈੱਕ ਕਰਨ ਦਾ। ਤੂੰ ਮੈਨੂੰ ਇਹ ਦੱਸ, ਕਦੀ ਤੂੰ ਇਹਦਾ ਕਾਲਜ ਦਾ ਲੌਗਇਨ ਚੈੱਕ ਕੀਤਾ ਕਦੀ? ਤੇਰੇ ਕੋਲ ਟਾਈਮ ਹੀ ਹੈ ਨਹੀਂ। ਤੇਰੇ ਤੇ ਸਾਰੇ ਵੀਕਐਂਡ ਬੁੱਕ ਆ। ਇਸ ਵੀਕਐਂਡ ਤੇਰਾ ਤੀਆਂ ਦਾ ਮੇਲਾ, ਅਗਲੇ ਵੀਕਐਂਡ ਤੇਰਾ ਵਿਸਾਖੀ ਦਾ ਮੇਲਾ, ਅਗਲੇ ਵੀਕਐਂਡ ਕੋਈ ਡੇ ਆ ਗਿਆ, ਅਗਲੇ ਵੀਕਐਂਡ ਤੇਰੀ ਕਿੱਟੀ ਆ। ਓਏ ਤੈਨੂੰ ਟਾਈਮ ਹੋਵੇ ਤੇ ਇਹਨੂੰ ਚੈੱਕ ਕਰੇ ਨਾ। ਆ ਮੈਨੂੰ ਕਿੱਥੇ ਹੁੰਦੇ ਆ ਜੀ ਲੌਗਇਨ ਵਗੈਰਾ ਚੈੱਕ ਕਰਨੇ? ਮੈਂ ਤਾਂ ਨਿੱਕੀ ਜੀ ਉਮਰੇ ਤੁਹਾਡੇ ਨਾਲ ਵਿਆਹ ਕਰਾ ਕੇ ਇੱਥੇ ਆ ਗਈ ਸੀ। ਮੈਨੂੰ ਤਾਂ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਿਆ। ਹਾਏ 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 ਹਾਏ, ਮੈਨੂੰ ਤਾਂ ਕਿੱਥੇ ਆਉਂਦੇ ਆ ਜੀ ਆ ਲੌਗਇਨ ਚੈੱਕ ਕਰਨੇ। ਵਾਹ, ਆ ਫੇਸਬੁੱਕ ਦੇ ਉੱਤੇ ਤਾਂ ਤੂੰ 24 ਘੰਟੇ ਐਕਟਿਵ ਰਹਿੰਦੀ, YouTube ਵਾਲੀਆਂ ਸਾਰੀਆਂ ਵੀਡੀਓ ਦੇਖਦੀਆਂ ਤੂੰ, ਤੇ WhatsApp ਦੇ ਉੱਤੇ ਤਾਂ ਤੇਰੇ ਟੀ 24 ਘੰਟੇ ਮੈਸੇਜ ਆਉਂਦੇ ਰਹਿੰਦੇ ਆ। ਮੈਨੂੰ ਨਹੀਂ ਆਉਂਦੇ ਲੌਗਇਨ ਚੈੱਕ ਕਰਨੇ। ਹੋਰ ਕੌਣ ਸਿੱਖੂਗਾ ਬਈ? ਹੈ ਅੱਛਾ ਗੱਲ ਤਾਂ ਨਹੀਂ ਆ ਜਿਹੜੀ ਤੂੰ ਗੱਲ ਵਿਆਹ ਵੇਲੇ ਉਮਰ ਦੀ ਗੱਲ ਕੀਤੀ ਆ, ਇਹ ਬੜੀ ਤੈਨੂੰ ਟਿਕਾਣੇ ਤੇ ਆ ਕੇ ਯਾਦ ਆਈ ਹੋਈ ਹੈ। ਏਦਾਂ ਗੱਲ ਕਰਦੀ ਆ ਇਹ ਜਿਵੇਂ ਵਿਆਹ ਵੇਲੇ ਸਾਡਾ 40 ਸਾਲਾਂ ਦਾ ਫਰਕ ਸੀਗਾ। ਓਏ ਸਾਰਾ 15-20 ਸਾਲਾਂ ਦਾ ਹੀ ਫਰਕ ਸੀਗਾ ਨਾ ਆਪਣਾ ਵਿਆਹ ਵੇਲੇ। ਤੇਰੇ ਮਾਪਿਆਂ ਨੂੰ ਉਦੋਂ ਅੱਗ ਲੱਗੀ ਹੋਈ ਸੀ ਵੀ ਪੱਕਾ ਮੁੰਡਾ ਲੱਭ ਜਵੇ ਕੈਨੇਡਾ ਤੇ ਸ਼ੂ ਕਰਦੀ ਕੁੜੀ ਸਾਡੀ ਪੱਕੀ ਹੋ ਜਵੇ। ਆਹ ਸਿਆਪਾ ਤੁਹਾਡੇ ਘਰੇ ਲੱਗਾ ਸੀ ਤੇ ਸਾਰਾ ਟੱਬਰ ਨਾਲ ਮਗਰ ਜਹਾਜ਼ੇ ਚੜ ਜਵੇ। ਆਹ ਸੀ ਆ। ਕਿਉਂ? ਮੈਂ ਵੀ ਆਪਣੇ ਵੀਰ ਨੂੰ ਸੱਦਣਾ ਸੀ, ਤੁਹਾਨੂੰ ਵੀ ਤਾਂ ਤੁਹਾਡੀ ਭੈਣ ਨੇ ਬੁਲਾਇਆ। ਤੂੰ ਕਾਕਾ ਗੱਲ ਛੱਡ, ਤੂੰ ਆਪਣੀ ਮਾਂ ਨੂੰ ਛੱਡ। ਤੂੰ ਮੈਨੂੰ ਇਹ ਦੱਸ ਕਾਕਾ ਜੀ ਤੁਹਾਡਾ ਪੜ੍ਹਨ ਦਾ ਕੀ ਪਲਾਨ ਹੈ? ਉਹ ਪਾਪਾ ਕਿਹੜਾ ਪਲਾਨ? ਲੀਵ ਇਟ, ਆਈ ਹੈਵ ਅ ਬਿਗ ਪਲਾਨ ਔਨ ਦ ਸਾਈਡ। ਹੈਗਾ ਮੇਰੇ ਪੁੱਤ ਕੋਲ ਬਹੁਤ ਵੱਡਾ ਪਲਾਨ ਹੈਗਾ। ਕਿਉਂ ਪੁੱਤ, ਨਵਾਂ ਟਿਊਸ਼ਨ ਟੀਚਰ ਲੱਭ ਲਿਆ? ਟਿਊਸ਼ਨ ਦੀ ਤਾਂ ਗੱਲ ਕਰਦਾ ਮੰਮੀ। ਆ ਦੇ ਏਦਾਂ ਪੈਂਦੇ ਆ ਪੜਦੇ ਪਾਉਂਦੀ ਨਹੀਂ।
ਵਿਗਾੜ ਪਾਏਗੀ, ਦੇਖੀ ਪਛਤਾਏਗੀ ਕਿਸੇ ਵੇਲੇ, ਤੈਨੂੰ ਮੈਂ ਦੱਸ ਦਿਆਂ। ਕਿਉਂ ਤੁਸੀਂ ਸਾਰੀ ਦਿਹਾੜੀ ਮੈਨੂੰ ਹੀ ਦੋਸ਼ੀ ਠਹਿਰਾਉਂਦੇ ਹੋ? ਜਦੋਂ ਮੈਂ ਆਖਦੀ ਸੀ ਵੀ ਮੁੰਡਾ ਜਵਾਨ ਹੁੰਦਾ ਭੋਰਾ, ਉਹਨੂੰ ਟਾਈਮ ਦੇ ਲਓ, ਉਦੋਂ ਤਾਂ ਵੀ ਤੁਸੀਂ ਆਖਦੇ ਸੀ ਬਸ ਆਇਆ ਕੰਮ ਤੋਂ 2 ਘੰਟੇ ਓਵਰਟਾਈਮ ਹੋਰ ਕਰ ਲਵਾਂ, ਕਿਉਂਕਿ ਬਈ ਵੱਡੀ ਗੱਡੀ ਲੈਣੀ ਆ, ਵੱਡਾ ਘਰ ਲੈਣਾ ਸੀ। ਓਏ ਪਤੰਦਰੋ, ਵੱਡੀ ਗੱਡੀ ਮੈਂ ਕੱਲਾ ਤਾਂ ਨਹੀਂ ਝੂਟਦਾ, ਤੁਸੀਂ ਮਾਂ ਪੁੱਤ ਵੀ ਤਾਂ ਚੌੜੇ ਹੋ ਕੇ ਵਿੱਚ ਬੈਠੇ ਆ ਉਹਦੇ। ਆ ਵੱਡੇ ਘਰ 'ਚ ਮੈਂ ਕੱਲਾ ਰਹਿਣਾ, ਓਏ ਸਾਰੀਆਂ ਸਹੂਲਤਾਂ ਤੁਸੀਂ ਵੀ ਤੇ ਮੰਨਦੇ ਹੋਏ। ਹੁਣ ਕਿੱਥੋਂ ਫੋਨ ਆ ਗਿਆ ਤੈਨੂੰ? ਹਲੋ। ਉਹ ਹਾਂ ਬਈ, ਕਿਰਤ ਬੋਲਦਾ ਵੀਰੇ। ਉਹ ਹਾਂ ਕਿਰਤ, ਕੀ ਹਾਲ ਆ? ਬਹੁਤ ਵਧੀਆ ਵਧੀਆ, ਤੂੰ ਸੁਣਾ? ਵਧੀਆ ਵਧੀਆ ਕਹਿਵਾ। ਹੋਰ ਅੱਛਾ, ਆਪਣੇ ਨਾ ਕਿੰਗ ਪਿੰਨ ਭਾਜੀ ਨੇ Song ਦੀ ਸਕਸੈਸ ਪਾਰਟੀ ਰੱਖੀ ਹੈ। ਅੱਛਾ ਅੱਛਾ। ਹਾਂ, ਤੇ ਮੈਂ ਤੈਨੂੰ ਅੱਧੇ ਘੰਟੇ 'ਚ ਪਿਕ ਕਰ ਦੂੰਗਾ। ਓਕੇ, ਚੱਲ ਤੂੰ ਮੈਨੂੰ ਕਰ ਲਈ ਪੈਕ, ਮੈਂ ਜਦ ਤੱਕ ਸ਼ਾਵਰ ਲੈਣਾ। ਠੀਕ ਆ ਆ ਜੀ ਫਿਰ। ਓਕੇ ਓਕੇ। ਮੰਮੀ, ਮੈਂ ਜਾਣਾ ਆਪਣੇ ਫਰੈਂਡ ਨਾਲ ਪਾਰਟੀ ਤੇ ਤੁਸੀਂ ਮੇਰੇ ਕੱਪੜੇ ਪ੍ਰੈਸ ਕਰ ਦਿਓ, ਮੈਂ ਜਦ ਤੱਕ ਸ਼ਾਵਰ ਲੈ ਆਵਾਂ। ਚੰਗਾ ਪੁੱਤ, ਤੂੰ ਸ਼ਾਵਰ ਲੈ, ਮੈਂ ਫੜਾਉਣੀ ਤੇਰੇ ਕੱਪੜੇ। ਓਏ ਕਿੱਥੇ ਚੱਲਾ ਹਾਂ ਤੇਰਾ ਲਾਡਲਾ? ਉਹ ਗੱਲ ਸੁਣ ਕਾਕਾ। ਓਏ ਮਿਹਨਤ ਕਰ ਲਾ, ਮਿਹਨਤ ਕਰੇਗਾ ਫੇਰ ਹੀ ਤਰੱਕੀ ਹੋਊਗੀ। ਪੜ੍ਹ ਲਿਆ ਕਰ। ਉਹ ਪਾਪਾ, ਕਿਹੜੀ ਮਿਹਨਤ ਦੀਆਂ ਗੱਲਾਂ ਕਰਦੇ ਹੋ? ਉਹ ਮਿਹਨਤ ਮੂਹਰੋਂ ਦਾ ਟਾਈਮ ਗਿਆ ਹੁਣ। ਓਏ ਹੁਣ ਤਾਂ ਸ਼ਾਰਟਕਟ ਬਣਾਉਣ ਦਾ ਟਾਈਮ ਆ। ਨਾਲੇ ਤੁਸੀਂ 40 ਸਾਲ ਮਿਹਨਤ ਕਰਕੇ ਕੀ ਖੱਟ ਲਿਆ, ਜੇ ਸਾਨੂੰ ਵੀ ਮਿਹਨਤ ਕਰਨੀ ਪੈ ਰਹੀ ਆ। ਓਏ ਹੁਣ ਤਾਂ ਮੈਂ ਸ਼ਾਰਟਕਟ ਰਸਤਾ ਅਪਣਾਉ, ਜਿੰਨਾ ਪੈਸੇ ਤੁਸੀਂ 1 ਮਹੀਨੇ 'ਚ ਕਮਾਉਣੇ, 1 ਦਿਨ 'ਚ ਕਮਾ ਕੇ ਦਿਖਾਉ। ਹੋ ਗਈ ਗੱਲ ਮੇਰੀ ਮੇਰੇ ਯਾਰ ਗੇਰੀ ਨਾਲ। ਸ਼ਾਬਾਸ਼ ਪੁੱਤ ਸ਼ਾਬਾਸ਼, ਚੱਲ ਤੂੰ ਲੈ ਸ਼ਾਵਰ, ਮੈਂ ਫੜਾਉਣੀ ਆ ਕੱਪੜੇ। ਠੀਕ ਆ। ਚੱਲ ਪੁੱਤ ਚੱਲ। ਉਹ ਵੱਡੀ ਵਕੀਲੇ ਨੇ ਗੱਲ ਸੁਣੀ ਕਹਾ ਜਰਾ। ਓਏ ਯਾਰ ਤੇਰਾ ਮੁੰਡਾ ਕਿਹੜੇ ਸ਼ਾਰਟਕਟ 'ਚ ਪਿਆ? ਓਏ ਬਚਾਰਾ, ਨਹੀਂ ਤਾਂ ਕੱਲ ਨੂੰ ਪਛਤਾਏਂਗੀ। ਮੈਂ ਤੈਨੂੰ ਦੱਸ ਦਿਆਂ, ਇਹ ਸਾਨੂੰ ਮਿਹਨਤ ਦੀ ਗੱਲ ਦੱਸਦਾ। ਓਏ ਆ ਮਿਹਨਤ ਕਰਕੇ ਹੀ ਅਸੀਂ ਇੱਥੇ ਹੋਏ ਆ। ਇੱਕ ਦਿਨ 'ਚ ਪਤਾ ਨਹੀਂ ਕਿਹੜਾ ਸ਼ਾਰਟਕਟ ਆ, ਦੇਖੀ ਕੋ ਵਕਤ ਨਾ ਪਾਲਵੇ ਆਪਣੇ ਗੱਲ। ਉਹ ਚਲੋ ਤੂੰ ਏਦਾਂ ਕਰ, ਤੂੰ ਮੈਨੂੰ ਮੇਰਾ ਲੰਚ ਬਾਕਸ ਦੇ ਨਾ ਦਿਖਾਵਾਂ ਕੰਮ ਤੇ। ਆ ਚੁੱਕੋ ਆਪਦਾ ਲੰਚ ਬਾਕਸ, ਤੁਸੀਂ ਬਖਸ਼ੋ ਸਾਨੂੰ ਮਾਂ ਪੁੱਤਾਂ ਨੂੰ। ਹਾਂ, ਨਾਲੇ ਨਾ ਕੰਮ ਤੋਂ ਆ ਕੇ ਘਰ ਦੀ ਵੈਕਿਊਮ ਕਰ ਦਿਓ, ਘਰ ਬੜਾ ਗੰਦਾ ਹੋਇਆ ਪਿਆ। ਗੰਦਾ ਟੱਬਰ ਕਿੱਥੋਂ ਭੇਜ ਪੈ ਗਿਆ ਮੇਰੀ ਯਾਰ। ਅੰਕਲ, ਗਾਣਾ ਤਾਂ ਤੁਹਾਡਾ ਬਹੁਤ ਹਿੱਟ ਹੋ ਗਿਆ। ਗਾਣਾ ਜਿਹੜੇ ਮਕਸਦ ਲਈ ਹਿੱਟ ਕਰਾਇਆ ਸੀ ਤੇ ਉਹ ਕਿੱਦਾਂ ਚੱਲ ਰਿਹਾ? ਅੰਕਲ, ਗਾਣੇ ਤੋਂ ਬਾਅਦ ਤਾਂ ਸਪਲਾਈ ਡਬਲ ਹੋ ਗਈ। ਵੈਰੀ ਗੁੱਡ। ਤੇ ਆਹ ਕੁੜੀ ਨਾਲ ਹੁੰਦੀ ਆ? ਹਾਂਜੀ, ਇਹ ਕੁੜੀ ਮੇਰੇ ਨਾਲ ਹੀ ਹੁੰਦੀ ਆ। ਐਕਚੁਅਲੀ ਅੰਕਲ, ਮੈਨੂੰ ਨਾ ਜੌਬ ਚਾਹੀਦੀ ਸੀ, ਮੈਂ ਗੱਡੀ ਲੈਣੀ ਆ, ਸੋ ਮੈਨੂੰ ਪੈਸਿਆਂ ਦੀ ਲੋੜ ਪੈ ਗਈ। ਸੈਂਡੀ, ਗੱਲ ਸੁਣ। ਹਾਂਜੀ ਅੰਕਲ। ਇਹ ਕੁੜੀ ਭਰੋਸਾ ਕਰਨ ਯੋਗ ਆ? ਇਹ ਕੁੜੀ ਪੂਰੇ ਭਰੋਸੇ ਵਾਲੀ ਹੈ ਜੀ। ਕੋਈ ਨਾ ਪੁੱਤ, ਤੇਰੀ ਜੌਬ ਦਾ ਇੰਤਜ਼ਾਮ ਕਰਤਾ ਤੇ ਗੱਡੀ ਵੀ ਤੈਨੂੰ ਪੂਰੀ ਵਧੀਆ ਲੈ ਕੇ ਦੇਵਾਂਗੇ, ਪਰ ਜਿੱਦਾਂ ਸੈਂਡੀ ਕਹੀ ਜਾਊ ਨਾ ਉਦਾਂ ਕਰੀ ਜਾਈ। ਤੇ ਕੀਰਤ ਨਹੀਂ ਪਹੁੰਚਿਆ ਅਜੇ ਤੱਕ? ਪਤਾ ਨਹੀਂ ਜੀ ਕਿੱਥੇ ਰਹਿ ਗਿਆ। ਆ ਗਏ ਯਾਰੀ ਉਹੀ ਪਲੌਟਾ। ਸਤਿ ਸ੍ਰੀ ਅਕਾਲ ਜੀ। ਕੋਈ ਟਾਈਮ ਨਹੀਂ ਪੁੱਤਰਾ, ਲੇਟ ਆਇਆ। ਉਹਦੀ ਚੱਲਦੇ ਟਾਈਮ ਲੱਗ ਗਿਆ। ਠੀਕ ਆ। ਤੇ ਕਿੱਦਾਂ ਚੱਲ ਰਿਹਾ ਫਿਰ ਕੰਮਕਾਰ? ਕੰਮਕਾਰ ਠੀਕ ਚੱਲ ਰਿਹਾ ਜੀ। ਆ ਨਾਲ ਦੇ ਹਾਈ ਸਕੂਲਾਂ 'ਚ ਮੁੰਡਿਆਂ ਨੂੰ ਬੈਗ ਫੜਾ ਦੇ, ਉਹ ਹੁਣ ਜੋ ਕੰਮ ਕਰਨਾ ਉਹ ਆ ਵੀ ਕਰੂਗੇ, ਆਪਾਂ ਟੈਨਸ਼ਨ ਵੀ ਉਹਦੇ ਰਹਿਣਾ। ਹਾਂਜੀ। ਓਏ ਆਹੀ ਹਾਈ ਸਕੂਲਾਂ ਦੇ ਦਾ ਜਵਾਕ ਆਪਣੀ ਟਾਰਗੇਟ ਤੇ ਸੀ, ਟੀਨੇਜਰਾਂ ਨੇ ਤਾਂ ਬਿਜ਼ਨਸ ਬਣਾਉਣਾ। ਵਾਹ ਓਏ ਵਾਹ। ਭਾਜੀ ਮੈਂ ਕਹਿੰਦਾ ਆ ਯੂਥ ਹੀ ਦਾ ਸਾਡਾ ਫਿਊਚਰ ਹੈ। ਫਿਊਚਰ ਆ। ਤੇ ਇਹ ਕਿੱਲਰ ਨਹੀਂ ਗੁੰਜਿਆ ਜੇ? ਉਹਨੂੰ ਮੈਂ ਸਵੇਰ ਦਾ ਫੋਨ ਕਰੀ ਜਾਂਦਾ, ਉਹ ਚੁੱਕ ਹੀ ਨਹੀਂ ਰਿਹਾ, ਪਤਾ ਨਹੀਂ ਕੀ ਹੋ ਗਿਆ ਉਹਨੂੰ। ਹੋਣਾ ਕਰਨਾ ਕੀ ਆ, ਇੱਕ ਗੀਤ ਹਿੱਟ ਹੋ ਗਿਆ, ਹਵਾ ਖਰਾਬ ਹੋ ਗਈ, ਬਸ ਹੋਰ ਕੀ ਹੋਣਾ। ਚਲੋ ਆਪਾਂ ਲੈ ਉਸਮਾਨ ਚੱਕ ਕੇ ਕਰੋ ਇੰਜੋਏ ਯਾਰ। ਚਲੋ ਕਰਾ ਖੜਾਓ ਖੜਕਾਓ ਖਲਾਸੀ। ਭਾਜੀ
You are real king. Thank you so much. ਮੇਰੇ song ਦੀ success ਪਾਰਟੀ ਰੱਖਣ ਲਈ। ਉਹ ਪਾਰਟੀ ਪੂਟੀ ਦੀ ਕੀ ਪਰਵਾਹ ਕਰਦਾ ਕਿਲਰਾ, ਪਰ ਯਾਰ ਇੱਕ Song ਹੋਰ ਚਾਹੀਦਾ ਤੇਰੇ ਭਾਜੀ ਨੂੰ, ਸੇਮ ਪਹਿਲਾਂ ਵਾਂਗੂ ਨਸ਼ੇ ਤੇ ਪੂਰਾ ਬੰਬ। ਭਾਜੀ ਤੁਸੀਂ ਆਹ ਗਾਣੇ ਦੇ ਵਿਊਜ਼ 2 ਮਿਲੀਅਨ ਤੋਂ 70 ਮਿਲੀਅਨ ਤੱਕ ਕਰਾ ਦੇ। ਓਏ ਇਹ ਤਾਂ ਤੇਰੇ ਭਾਜੀ ਲਈ ਨਿੱਕੀਆਂ ਗੱਲਾਂ, ਕੋਈ ਬੰਬ ਕੱਢੋ ਬੰਬ। ਭਾਜੀ ਕਹਿੰਦੇ ਜਿਹੜਾ ਆਪਾਂ ਕੱਲ ਗੱਡੀ ਸੌਂਗ ਸੁਣਿਆ ਸੀ ਨਾ, ਉਹਦੀ ਬੇਸ ਵੀ ਪੂਰੀ ਸੀ, ਧਮਕ ਪੂਰੀ ਸੀ, ਉਹਦੇ ਨਾਲ ਦਾ ਕਰਨਾ ਭੌਗਣਾ ਸੀਗਾ ਯਾਰ। ਕਿਹੜਾ? ਹਾਂ ਸਿਰ ਪਾੜਿਆ, ਯੈਸ ਉਹ ਸੁਣਾ ਭਾਜੀ। ਵੇਖੋ ਪਾੜ ਕੇ ਦੇਖਦੇ ਆ ਭਾਜੀ ਇਦਾਂ ਦਾ ਗਾਣਾ ਕਰ, ਠੀਕ ਹੈ ਜੀ? ਤੇ ਸੁਣਾ ਤਾਂ ਸਹੀ। ਅਲ ਉਹ 10ਵੀਂ ਕਲਾਸ ਚ ਸੀ ਸਿਰ ਪਾੜਿਆ, ਉਹ ਕੱਟ ਲਈ ਗਿਆ ਆਰਮੀ ਚ ਜੇਲਿਆਂ ਨੇ। ਉਹ 10ਵੀਂ ਕਲਾਸ ਚ ਸੀ ਸਿਰ ਪਾੜਿਆ, ਕੱਟ ਲਈ ਗਿਆ ਆਰਮੀ ਚ ਜੇਲਿਆਂ ਨੇ। ਖੜੇ ਖੜੇ ਬੰਦਿਆਂ ਚ ਨਾਮ ਆਉਂਦਾ ਆ, ਕਿੰਦਿਆਂ ਪਲਾਂ ਤੂੰ ਵੀ ਬੇਲੀਆਂ ਨੇ। ਯਾਰਾਂ ਲਈ ਉਸ਼ਨ ਬੜੇ ਦਿਲ ਤਲੀਏ, ਯਾਰਾਂ ਲਈ ਉਸ਼ਨ ਬੜੇ ਦਿਲ ਵਲੀਏ, ਵੈਰੀਆਂ ਨੂੰ ਮੋਢਿਆਂ ਤੋਂ ਬੈਠ ਕਰਦਾ। ਓਏ ਇਹਨੂੰ ਪਤੰਦਰਾ ਅੰਦਰ ਰੱਖ, ਖਾਦੀ ਪੀਤੀ ਦੀ ਲੋੜ ਤੇ ਚੱਲ ਜਾਂਦਾ ਹੁੰਦਾ। ਭਾਜੀ ਤੁਹਾਡਾ ਇਹਦਾ ਦਿੱਤਾ ਹੋਇਆ। ਉਹ ਤੈਨੂੰ ਦਿਖਾਉਣ ਨੂੰ ਥੋੜਾ ਦਿੱਤਾ, ਵੇਲੇ ਇੱਕ ਵੇਲੇ ਕੰਮ ਲਈ ਆਲਾ ਜੇਬ ਚ ਚੱਲ ਯਾਰ ਸੌਂਗ ਲਾਓ ਯਾਰ, ਕਿੱਧਰ ਚਲੋ। 19ਵੀਂ ਸਦੀ ਦੇ ਲੋਕ ਪਾਣੀ ਪਾਉਂਦੇ, 21 ਸਾਲਾਂ ਦਾ ਮੁੰਡਾ ਐਕਟ ਕਰਦਾ। 21ਵੀਂ ਸਦੀ ਦੇ ਲੋਕ ਪਾਣੀ ਪਾਉਂਦੇ, 21 ਸਾਲਾਂ ਦਾ ਮੁੰਡਾ ਐਕਟ ਕਰਦਾ। ਤੈਨੂੰ ਕਿਹਾ ਸੀ ਤੂੰ ਜੇਬ ਚ ਪਾ ਗਿਆ ਯਾਰ, ਉਹੀ ਕੰਮ ਕਰਤਾ। ਉਹ ਕਿੱਥੇ ਗਿਆ? ਉਹ ਯਾਰਾ ਕੀ ਕਰਤਾ? ਓਏ ਮੈਂ ਨਹੀਂ ਕੀਤਾ। ਫਿਊਚਰ ਦਾ ਸਵਾਲ ਆ, ਪਰੇ ਨਾ ਯਾਰ ਕੀ ਹੋ ਗਿਆ ਲੈ ਕੇ ਗਿਆ। ਚੰਗਾ ਭਲਾ ਮੁੰਡਾ 24 ਦਾ ਹੋਇਆ, ਕਿਹੜੇ ਨਸ਼ੇ ਮਾਏ ਤੇਰਾ ਪੁੱਤ ਖੋਲਿਆ। ਉਹ ਚੰਗਾ ਭਲਾ ਮੁੰਡਾ 24 ਦਾ ਹੋਇਆ, ਕਿਹੜੇ ਨਸ਼ੇ ਮਾਏ ਤੇਰਾ ਪੁੱਤ ਖੋਲਿਆ। ਮਰਦੇ ਦੇ ਮੂੰਹ ਦੇ ਵਿੱਚ ਢੱਕ ਨਿਕਲੀ, ਮਰਦੇ ਦੇ ਮੂੰਹ ਦੇ ਵਿੱਚ ਢੱਕ ਨਿਕਲੀ। ਬਾਪੂ ਦੇ ਦੁਨੀਆ ਬਾਹਨ ਨੱਪ ਕੇ ਲੌਂਡੀ ਬਾਪੂ ਦੇ ਦੁਨੀਆ ਬਾਹਨ ਨੱਪ ਕੇ ਲੌਂਡੀ ਕਰਿਆ ਕਿ ਢੱਕ ਨਿਕਲੀ। I'm a bold boy. Yeah, I'm a bold boy. ਓਏ ਤੂੰ ਇੱਥੇ ਕੀ ਕਰ ਰਿਹਾ? ਓ ਯਾਰ ਕਿੱਥੇ? ਮੈਂ ਕਿਹਾ ਮੇਰਾ ਯਾਰ ਕਹਿੰਦਾ ਜੇਲ੍ਹ ਜਾ, ਤੇ ਉਹਦਾ ਜਾ ਕੇ ਪਤਾ ਤਾਂ ਲੈ ਕੇ ਆਵਾਂ। ਓਏ ਤੂੰ ਤਾਂ ਕਹਿੰਦਾ ਸੀ ਜੇਲਾਂ ਵਿੱਚੋਂ ਫੋਨ ਆਉਣਗੇ, ਇੱਥੇ ਤਾਂ ਇੱਕ ਵੀ ਫੋਨ ਨਹੀਂ ਆਇਆ ਪਿਛਲੇ 7 ਦਿਨਾਂ ਤੋਂ। ਮੇਰੇ ਵਿੱਚ ਪਤਾ ਮੇਰੇ ਵਿੱਚ ਓ ਯਾਰ ਕਿੱਥੇ? Song just for entertainment, bro. Just for entertainment. ਤੂੰ ਤਾਂ ਦਿਲ ਤੇ ਲਾ ਕੇ ਸੀਰੀਅਸ ਰਹੇਗਾ। ਚੱਕ ਥਾ ਉਹਨੂੰ ਗੋਲੀ ਮਾਰਤੀ। ਮੈਂ ਤਾਂ ਕਿਹਾ ਸੀ ਗੋਲੀ ਮਾਰਨ। ਓਏ ਸਵਾਦ ਹੀ ਐਂਟਰਟੇਨਮੈਂਟ, ਜਿਹਦਾ ਇੱਕ ਸਿਰਾ ਜੇਲ੍ਹ ਤੇ ਦੂਜਾ ਸਿਰਾ ਬਹੁਤ ਹੈ। ਪਤਾ ਨਹੀਂ ਇਹੋ ਜਿਹੇ ਗਾਣੇ ਕਿਉਂ ਗਾਉਂਦੇ ਹੋ ਕਿ ਜੇਲ੍ਹਾਂ ਵਿੱਚੋਂ ਪੌੜੇ ਆਉਣਗੇ, ਗੋਲੀ ਚਲਾ ਨਸ਼ਾ ਕਰ। ਯੋ ਕਹਿੰਦੇ
तेरे लिए ना मैं भाजी ਨੂੰ ਵਾਰ-ਵਾਰ ਫੋਨ ਕਰੀ ਜਾਂਦਾ ਬਸ ਇੱਕ ਵਾਰ ਭਾਜੀ ਨਾਲ ਗੱਲ ਹੋ ਗਈ ਮੇਰੇ ਯਾਰਾ ਤੇਰੀ ਜ਼ਮਾਨਤ ਪੱਕੀ ਆ ਤੂੰ ਇਥੋਂ ਬਾਹਰ ਓਏ ਭਾਜੀ ਨੇ ਨਹੀਂ ਤੇਰਾ ਫੋਨ ਤੂੰ ਚੱਕਣਾ ਉਹਦਾ ਬਿਜ਼ੀ ਨੇ ਮੇਰੇ ਵਰਗਿਆਂ ਨੂੰ ਅੰਦਰ ਕਰਾਉਣ ਨੂੰ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਨ ਨੂੰ ਦੇਖ ਕਰਦੇ ਮੈਂ ਤੇਰੀ ਹੈਲਪ ਲਈ ਆਇਆ ਸੀ ਯਾਰ ਕਿ ਮੈਂ ਆਪਣੀ ਯਾਰ ਦੀ ਹੈਲਪ ਕਰਾਂ ਜਿਗਰੀ ਦੀ ਪਰ ਹੁਣ ਤੇਰੀ ਮਰਜ਼ੀ ਆ ਜੇ ਤੂੰ ਇਦਾਂ ਮੇਰੀ ਇਨਸਲਟ ਕਰਦਾ ਮੈਂ ਚੱਲਿਆ ਉਹ ਚਲੇ ਜਾ ਇਧਰੋਂ ਨਾਲੇ ਮੁੜ ਕੇ ਨਾ ਆਈ ਮੇਰੇ ਵਰਗੇ ਦੇ ਖਿਲਾਫ ਲੜਾਈ ਹੁਣ ਮੈਂ ਆਪ ਲੜੂੰਗਾ ਤੇ ਮੈਂ ਜੇਲ੍ਹਾਂ ਦੇ ਗਾਣੇ ਕਰੂੰਗਾ I'm a brown boy yeah जस्सी मैं तेन आख्या सी ना कि रात ठीक नहीं है पर पुत्र तुम मेरी एक गल नहीं मनी आज हर्षित देख ला की है पुत्र जस्सी पुत्र पर मैं तेन हाले भी कहना टुल्ले मेरे का कुछ नहीं बिगड़िया पुत्र मुड़िया मुड़िया इस रात मुड़िया जे तू सच्ची इस रात मुड़न का वादा करती है ना तो मैं भी तेरे नाल वादा करता मैं भी तेरा पूरा पूरा साथ देवांगा पुत्र पुत्र मैं बाप हाँ तेरा मैनू जस्सी पुत अपनी गलती का भी एहसास तेरी मां दे जान तो बाद मैं तेरा ख्याल नहीं रख सकिया मेरे बच्चे मैनू माफ कर दी मेरे पुत्रा नहीं पापा थोड़ी गलती नहीं सी सारी मेरी गलती आ मैं थोनू समझण च भुल कर बैठी पर मैं वादा करती हां कि मैं इस राह कभी भी ना तुरूंगी जे तू वादा करता है ना तो तेरा बाप भी तेरे नाल वादा करता है कि उन्होंने जो कुछ मर्जी करना पाए वो तेरा साथ देगा पर मुड़ के इस रात तुरंत मारे सोची भी ना बच्चे सोची भी ना ਲੈ ਜਾਓ ਇਹਨੂੰ ਵੈਸੇ ਛੱਡਣਾ ਸੀ ਇਹਨੂੰ पापा मेरे बच्चे जैसे बच्चे मैं ना जे तू सच्ची मुच्ची कर महीना चाहती है ना तो मैं तेन कदे दी उस रात नहीं जान देवांगा तू अपनी मर्जी दे कपड़े पाई बच्चा मैं तेन कदे नहीं रोकता तू ते पुत्र मैं भी तेरे नाल वादा करदा कि अज तो बाद तेरा बाप कोई दारू नहीं पीवेगा जस्सी मेरी बच्ची जस्सी ਤੂੰ ਸਾਡੇ ਬੱਚੇ ਨੂੰ ਗੋਲੀ ਮਾਰ ਕੇ ਸਾਡੀ ਜ਼ਿੰਦਗੀ 'ਚ ਹਨੇਰਾ ਕਰ ਦਿੱਤਾ ਹੈ ਤੂੰ ਕਿਉਂ ਗੋਲੀ ਮਾਰੀ ਸੀ ਪ੍ਰੀਤ ਨੂੰ ਪਤਾ ਨਹੀਂ ਮੈਂ ਉਹਦੇ ਕੋਲ ਨਸ਼ੇ ਦੀ ਲੋਰ ਜਾ ਕੇ ਕਦੋਂ ਮੈਥੋਂ ਗੋਲੀ ਉੱਚੀ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਮਾਫ ਕਰ ਦਿਓ ਤੇਰੀ ਲੋਰ ਨੇ ਸਾਡੇ
ਕੋਲੋਂ ਲੜਦਾ ਬੱਚਾ ਓਏ ਨਹੀਂ ਪੁੱਤਰਾ, ਇਹ ਗੱਲਾਂ ਕਸੂਰ ਤੁਹਾਡਾ ਨਹੀਂ ਹੈ। ਤੁਸੀਂ ਤਾਂ ਇਹ ਸਾਰੇ ਕਾਸੇ ਦੇ ਮੋੜੇ ਹੋ ਮੋੜੇ। ਅਸਲ ਦੋਸ਼ੀ ਤਾਂ ਉਹ ਸਿਆਸਤਦਾਨ ਨੇ ਜਿਹੜੇ ਆਪਣੀਆਂ ਚੰਦ ਵੋਟਾਂ ਖਾਤਰ ਲੋਕਾਂ ਦੇ ਘਰ ਬਰਬਾਦ ਕਰ ਰਹੇ ਨੇ। ਦੂਜੇ ਦੋਸ਼ੀ ਉਹ ਗਾਇਕ ਨੇ ਜਿਹੜੇ ਆਪਣੇ ਗੀਤਾਂ ਦੇ ਵਿੱਚ ਟਕਵੇ, ਗੰਡਾਸੀਆਂ, ਬੰਦੂਕਾਂ ਤੇ ਚਿੱਟਿਆਂ ਦੀਆਂ ਗੱਲਾਂ ਕਰਦੇ ਨੇ। ਤੇ ਸਭ ਤੋਂ ਵੱਡੇ ਦੋਸ਼ੀ ਉਹ ਪ੍ਰਮੋਟਰ ਨੇ ਜਿਹੜੇ ਚੰਨ ਛਿਲਣਾ ਖਾਤਰ ਆ ਭੋਲੀਆਂ ਭਾਲੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਰਹੇ ਨੇ। ਤੇ ਅੱਜ ਮੈਂ ਕਹਿੰਦਾ ਕਿ ਪੁੱਤਰਾ, ਤੁਹਾਡੇ ਨਾਲ ਨਾਲ ਉਹਨਾਂ ਸਾਰਿਆਂ ਨੂੰ ਵੀ ਇਹਨਾਂ ਸਿੱਖਾਂ ਪਿੱਛੇ ਹੋਣਾ ਚਾਹੀਦਾ ਹੈ। ਰਿਪੋਰਟ ਕੀਤਾ ਜਾਂਦਾ ਨਾ ਮੈਨੂੰ ਨਾ ਕੱਢੋ, ਮੈਂ ਤਾਂ ਗਲਤੀ ਹੋ ਗਈ। ਮੈਂ ਕਾਤਰਾ ਹੱਥੇ ਤੁਰ ਪਿਆ, ਬਾਪੂ ਨੇ ਕਰਜ਼ਾ ਚੱਕ ਕੇ ਮਿਲਿਆ, ਮੈਨੂੰ ਨਾ ਮੋੜੋ, ਮੈਂ ਤਾਂ ਗਲਤੀ ਹੋ ਗਈ। ਸੱਭਿਆਚਾਰ ਦੇ ਅੰਗ ਸੰਗ ਪ੍ਰੋਗਰਾਮ ਵਿੱਚ ਤੁਸੀਂ ਇਹਨਾਂ ਤਿੰਨ ਪਰਿਵਾਰਾਂ ਦੀਆਂ ਕਹਾਣੀਆਂ ਨੂੰ ਦੇਖਿਆ। ਕੀ ਇਹ ਕਹਾਣੀ ਸਿਰਫ ਤਿੰਨ ਪਰਿਵਾਰਾਂ ਦੀ ਹੈ? ਨਹੀਂ, ਇਹ ਕਹਾਣੀ ਤਾਂ ਹਜ਼ਾਰਾਂ ਹੋਰ ਪਰਿਵਾਰਾਂ ਦੀ ਵੀ ਹੈ। ਇਸ ਸਮੱਸਿਆ ਦੀਆਂ ਜੜ੍ਹਾਂ ਤਾਂ ਬੜੀਆਂ ਡੂੰਘੀਆਂ ਨੇ। ਇਸ ਸਮੱਸਿਆ ਦਾ ਹੱਲ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਰਨਾ ਪੈਣਾ ਹੈ। ਸਰਕਾਰਾਂ ਨੂੰ ਕਰਨਾ ਪੈਣਾ ਹੈ, ਸਿਸਟਮ ਨੂੰ ਕਰਨਾ ਪੈਣਾ ਹੈ, ਪੁਲਿਸ ਨੂੰ ਕਰਨਾ ਪੈਣਾ ਹੈ। ਤੇ ਜੇ ਪਾਲਿਸੀਜ਼ ਦੇ ਵਿੱਚ ਕੋਈ ਚੇਂਜਸ ਕਰਨ ਦੀ ਲੋੜ ਹੈ ਤਾਂ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਸੈਂਬਲੀਆਂ ਦੇ ਵਿੱਚ ਉਹ ਚੇਂਜਸ ਕਰਨੀਆਂ ਪੈਣੀਆਂ ਨੇ। ਤੇ ਇੱਕ ਫੈਸਲਾ ਤੁਹਾਨੂੰ ਸਾਰਿਆਂ ਨੂੰ ਕਰਨਾ ਪੈਣਾ ਹੈ ਕਿ ਕੀ ਤੁਸੀਂ ਸਾਰੇ ਇਹਨਾਂ ਗਾਇਕਾਂ ਤੇ ਪ੍ਰਮੋਟਰਾਂ ਦਾ ਸਾਥ ਦਿਓਗੇ ਜੋ ਆਪਣੇ ਗੀਤਾਂ ਦੇ ਵਿੱਚ ਸੱਭਿਆਚਾਰ ਦੇ ਨਾਂ ਤੇ ਗੈਂਗਵਾਰ, ਹਿੰਸਾ, ਜੱਟਵਾਦ ਨੂੰ ਪ੍ਰਮੋਟ ਕਰ ਰਹੇ ਨੇ ਤੇ ਸਾਡੇ ਬੱਚਿਆਂ ਦੀਆਂ ਜਾਨਾਂ ਅਜਾਈਂ ਇਸ ਗੈਂਗਵਾਰ ਵਿੱਚ ਜਾ ਰਹੀਆਂ ਨੇ। ਸੱਭਿਆਚਾਰ ਦਾ ਜੀਵਨ ਜਾਂਚ ਦਾ ਨਾਂ ਹੁੰਦਾ ਹੈ। ਸੱਭਿਆਚਾਰ ਤਾਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦਾ ਨਾਂ ਹੁੰਦਾ ਹੈ। ਕੀ ਅਸੀਂ ਇਹ ਲੜਾਈ ਇਕੱਲੇ ਹੀ ਲੜਦੇ ਰਹਾਂਗੇ? ਤੁਸੀਂ ਨਹੀਂ ਆਓਗੇ? ਹਾਂ, ਕੀ ਅਸੀਂ ਇਹ ਲੜਾਈ ਇਕੱਲੇ ਲੜਦੇ ਰਹਾਂਗੇ? ਤੁਸੀਂ ਨਹੀਂ ਆਓਗੇ? ਉਦੋਂ ਤੱਕ ਜਦੋਂ ਤੱਕ ਇਹ ਅੱਖ ਤੁਹਾਡੇ ਘਰਾਂ ਤੱਕ ਨਹੀਂ ਪਹੁੰਚ ਜਾਂਦੀ। ਇਹ ਸਵਾਲ ਹੈ ਕਿ ਤੁਸੀਂ ਨਹੀਂ ਆਓਗੇ ਉਦੋਂ ਤੱਕ ਜਦੋਂ ਤੱਕ ਇਹ ਅੱਖ ਤੁਹਾਡੇ ਘਰਾਂ ਤੱਕ ਨਹੀਂ ਪਹੁੰਚ ਜਾਂਦੀ। ਸੁਰਜੀਤ ਪਾਤਰ ਜੀ ਦਾ ਇੱਕ ਸ਼ੇਰ ਹੈ ਕਿ ਲੱਗੀ ਜੇ ਤੇਰੇ ਕਾਲਜੇ 'ਚ ਛੁਰੀ ਨਹੀਂ ਤਾਂ ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸੋ ਸ਼ਹਿਰ ਦੀ ਹਾਲਤ ਬੁਰੀ ਹੈ, ਉਹਦੇ ਲਈ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਹਿੱਸਾ, ਬਣਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਹ ਸੀ ਨਾਟਕ ਤਿੜਕ ਦੇ ਸੁਪਨੇ।